ਵੈਲਕਮ ਬੈਕ। ਮੈਂ ਮਨਵੀਰ ਕੌਰ ਔਰ ਸਾਡਾ ਖਾਸ ਪ੍ਰੋਗਰਾਮ ਸੋਸ਼ਲ ਡਾਇਲੌਗ ਵਿਦ ਮਨਵੀਰ ਕੌਰ ਦੇ ਵਿੱਚ ਅੱਜ ਬਹੁਤ ਹੀ ਖਾਸ ਮਹਿਮਾਨ ਔਰ ਇੱਕ ਐਕਸਪਰਟ, ਉਹ ਐਕਸਪਰਟ ਜਿਹੜੇ ਨਸ਼ਾ ਛੁਡਾਉਣ ਦੇ ਮਾਹਿਰ ਨੇ, ਡਾਕਟਰ ਸੰਦੀਪ ਭੋਲਾ ਜੀ ਮੇਰੇ ਨਾਲ ਸ਼ਾਮਿਲ ਹੋਣਗੇ, ਮੇਰੇ ਨਾਲ ਹਾਜ਼ਰ ਰਹਿਣਗੇ। ਉੜਤਾ ਪੰਜਾਬ ਇੱਕ ਫਿਲਮ ਆਈ ਸੀ ਜਿਹਦੇ ਆਉਣ ਤੋਂ ਬਾਅਦ ਇੱਕ ਕਾਫੀ ਵੱਡਾ ਬਵਾਲ ਖੜਾ ਕੀਤਾ ਗਿਆ। ਇੱਕ ਕਾਊਂਟਰ ਕੀਤਾ ਗਿਆ ਉਸ ਫਿਲਮ ਨੂੰ ਇਹ ਕਹਿ ਕੇ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ, ਇੱਥੋਂ ਦੀ ਨੌਜਵਾਨੀ ਨਸ਼ੇ ਵਿੱਚ ਨਹੀਂ ਹੈ। ਪਰ ਅੱਜ ਆਪਾਂ ਦੇਖਦੇ ਹਾਂ ਲਗਾਤਾਰ ਕੋਈ ਨਾ ਕੋਈ ਵੀਡੀਓ, ਚਾਹੇ ਅੰਮ੍ਰਿਤਸਰ ਤੋਂ, ਕਪੂਰਥਲਾ ਤੋਂ, ਬਠਿੰਡਾ ਤੋਂ, ਮੋਗਾ ਤੋਂ, ਹੋਰ ਪਿੰਡਾਂ ਤੋਂ ਆਉਂਦੀ ਹੈ, ਜਿਹੜੀ ਕੁਆਇਟ ਵਾਇਰਲ ਹੋ ਜਾਂਦੀ ਹੈ, ਲੋਕਾਂ ਨੂੰ ਵੇਖਦੇ ਨੇ, ਸ਼ੇਅਰ ਕਰਦੇ ਨੇ ਔਰ ਫਿਰ ਆਪਾਂ ਉਸ ਗੱਲ ਨੂੰ ਭੁੱਲ ਜਾਂਦੇ ਹਾਂ, ਇਹਨੂੰ ਨਵੀਂ ਵੀਡੀਓ ਆ ਜਾਂਦੀ ਹੈ। ਹੁਣੇ ਰੀਸੈਂਟਲੀ ਇੱਕ ਲੜਕੀ ਦੀ ਕਪੂਰਥਲਾ ਤੋਂ ਵੀਡੀਓ ਸਾਹਮਣੇ ਆਈ ਸੀ ਜਿਹਦੇ ਵਿੱਚ ਉਹ ਆਪਣਾ ਨਸ਼ੇ ਦੀ ਹਾਲਤ ਦੇ ਵਿੱਚ ਸੀ ਔਰ ਉਹ ਬਿਆਨ ਕਰ ਰਹੀ ਸੀ ਕਿ ਉਹ ਪ੍ਰੈਗਨੈਂਟ ਹੈ ਐਂਡ ਸਾਰੀਆਂ ਉਹਨੇ ਚੀਜ਼ਾਂ ਦੱਸੀਆਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਨੇ ਡਾਕਟਰ ਸੰਦੀਪ ਭੋਲਾ ਜੀ, ਜਿਹੜੇ ਖੁਦ ਉਸੇ ਹੀ ਸੈਂਟਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਨਸ਼ਾ ਛੁਡਵਾਉਣ ਦੇ ਲਈ। ਗੱਲਬਾਤ ਕਰਾਂਗੇ ਇੱਕ ਵਾਈਡਰ ਫੈਨੋਮੇਨਾ ਦੀ ਕਿ ਇਹ ਨਸ਼ੇ ਦਾ ਜਿਹੜਾ ਪੂਰਾ ਸਿਸਟਮ ਹੈ, ਜਿਵੇਂ ਜਿਹੜੇ ਨਸ਼ੇੜੀ ਆਪਾਂ ਸ਼ਬਦ ਅਗਰ ਵਰਤ ਰਹੀਏ ਤਾਂ ਉਹਨਾਂ ਨੂੰ ਕਿਵੇਂ ਠੀਕ ਕੀਤਾ ਜਾ ਸਕਦਾ, ਕੀ ਉਹਨਾਂ ਦਾ ਐਕਸਪੀਰੀਅੰਸ ਰਿਹਾ ਔਰ ਖਾਸ ਤੌਰ ਤੇ ਉਸ ਲੜਕੀ ਦੀ ਜਿਹੜੀ ਵੀਡੀਓ ਵਾਪਿਸ ਵਾਇਰਲ ਹੋਈ, ਜਿਹੜੀ ਆਪਾਂ ਸਾਰਿਆਂ ਨੇ ਦੇਖੀ। ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਆਈ ਅੰਡਰਸਟੈਂਡ ਤੁਸੀਂ ਬਿਜ਼ੀ ਸੀਗੇ ਆਪਣੇ ਸਵੇਰ ਤੋਂ ਕੰਮ ਦੇ ਵਿੱਚ, ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਜੀ ਥੈਂਕ ਯੂ ਸੋ ਮਚ ਜੀ, ਥੈਂਕ ਯੂ। I would like to start from the same video ਜਿਹੜੀ ਉਹ ਲੜਕੀ ਦੀ ਕਪੂਰਥਲਾ 'ਚ ਵਾਇਰਲ ਹੁੰਦੀ ਹੈ, ਨਸ਼ੇ ਦੀ ਹਾਲਤ ਦੇ ਵਿੱਚ ਉਹ ਬਿਆਨ ਕਰਦੀ ਆਪਣੀ। ਔਰ ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹ ਲੜਕੀ ਇਸੇ ਹੀ ਸੈਂਟਰ ਦੇ ਨਾਲ, ਮਤਲਬ ਕਿ ਆਪਣੇ ਨਸ਼ਾ ਛੁਡਾਊ ਕੇਂਦਰਾਂ ਨੂੰ, ਸਰਕਾਰੀ ਕੇਂਦਰਾਂ ਨੂੰ ਵੀ ਪਤਾ ਸੀ, ਉਹਦੇ ਵਿੱਚ ਵੀ ਉਹ ਰਜਿਸਟਰਡ ਸੀ। ਉਸ ਦੇ ਬਾਵਜੂਦ ਵੀ ਸਰ ਇਹੋ ਜਿਹਾ ਕੀ ਹੋਇਆ ਕਿ ਉਹ ਲੜਕੀ ਨਸ਼ੇ ਦੀ ਹਾਲਤ ਦੇ ਵਿੱਚ ਆਲਮੋਸਟ ਸੈਮੀ ਕੌਨਸ਼ੀਅਸ ਸਟੇਟ ਦੇ ਵਿੱਚ ਸੜਕ ਦੇ ਕਿਨਾਰੇ ਪਈ ਹੋਈ ਮਿਲੀ? ਪਲੀਜ਼। ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਚੀਜ਼ ਤੇ ਥੋੜਾ ਜਿਹਾ ਮੈਨੂੰ ਇਤਰਾਜ਼ ਹੈ ਕਿ ਜਦੋਂ ਅਸੀਂ ਨਸ਼ੇੜੀ ਵਰਡ ਯੂਜ਼ ਕਰਦੇ ਹਾਂ ਜਾਂ ਐਡਿਕਟ ਵਰਡ ਯੂਜ਼ ਕਰਦੇ ਹਾਂ, ਖੈਰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਿਹੜਾ ਕੋਈ ਵਿਅਕਤੀ ਇਸ ਚੀਜ਼ ਨੂੰ ਕੰਜ਼ਿਊਮ ਕਰ ਰਿਹਾ, ਨਸ਼ਾ ਕੰਜ਼ਿਊਮ ਕਰ ਰਿਹਾ, ਉਹਦੇ ਤੇ ਉਹਦੇ ਫਿਤਰਤ ਤੇ ਜਾਂ ਉਹਦੇ ਟ੍ਰੀਟਮੈਂਟ ਤੇ ਕੋਈ ਫਰਕ ਨਹੀਂ, ਬਟ ਇੱਕ ਡੈਰੋਗੇਟਰੀ ਵਰਡ ਲੱਗਦਾ ਹੈ। ਸੋ ਇਸ ਕਰਕੇ ਅਸੀਂ ਆਮ ਤੌਰ ਤੇ, ਜਾਂ ਮੈਂ ਖਾਸ ਤੌਰ ਤੇ ਆਮ ਤੌਰ ਤੇ ਡਰੱਗ ਯੂਜ਼ਰਸ ਵਰਡ ਯੂਜ਼ ਕਰਦਾ ਕਿ ਇੱਕ ਬਿਮਾਰੀ ਨਾਲ ਪੀੜਿਤ ਹੈ ਲੋਕ, ਇੱਕ ਬਿਮਾਰੀ ਨਾਲ ਕੋਈ ਵੀ ਐਸਾ ਵਿਅਕਤੀ ਪੀੜਿਤ ਹੈ ਕਿ ਜਿਹਦੇ ਵਾਸਤੇ ਡੈਰੋਗੇਟਰੀ ਵਰਡਸ ਨਹੀਂ ਯੂਜ਼ ਹੋਣੇ ਚਾਹੀਦੇ। ਇਨਫੈਕਟ ਉਹਦੇ ਵਾਸਤੇ ਟ੍ਰੀਟਮੈਂਟ, ਪ੍ਰੋਪਰ ਜਿਹੜਾ ਟ੍ਰੀਟਮੈਂਟ ਹੈ ਉਹ ਅਵੇਲੇਬਲ ਕਰਵਾਉਣਾ ਜ਼ਰੂਰੀ ਹੈ, ਉਹਦੇ ਵਾਸਤੇ ਸਰਵਿਸਿਜ਼ ਅਵੇਲੇਬਲ ਹੋਣੀਆਂ ਜ਼ਰੂਰੀ ਹੈ। ਦੂਸਰਾ ਮੈਂ ਇਸ ਚੀਜ਼ ਤੇ ਆਨਾ ਜੀ ਕਿ ਜਿਹੜਾ ਤੁਸੀਂ ਕਿਹਾ ਕਿ ਇਹ ਲੜਕੀ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਸੀ, ਇਹ ਕੁਝ ਟਾਈਮ ਪਹਿਲਾਂ ਸਾਡੇ ਕੋਲ ਰਜਿਸਟਰ ਹੋਈ ਟ੍ਰੀਟਮੈਂਟ ਪਰਪਸ ਲਈ ਔਰ ਟ੍ਰੀਟਮੈਂਟ ਲੈ ਵੀ ਰਹੀ ਸੀ ਰੈਗੂਲਰ। ਉਸ ਤੋਂ ਬਾਅਦ ਕੁਝ ਟਾਈਮ ਬਾਅਦ ਇਹ ਜੇ ਟ੍ਰੀਟਮੈਂਟ ਤੋਂ ਡ੍ਰੌਪ ਆਊਟ ਹੋ ਗਈ ਔਰ ਉਸ ਕਾਫੀ ਟਾਈਮ ਤੱਕ ਆਈ ਨਹੀਂ, ਔਰ ਜਿਸ ਦਿਨ ਵੀਡੀਓ ਵਾਇਰਲ ਹੋਇਆ ਉਸ ਤੋਂ 1-2 ਦਿਨ ਪਹਿਲਾਂ ਦੁਬਾਰਾ ਟ੍ਰੀਟਮੈਂਟ ਵਾਸਤੇ ਆਏ ਤੇ ਔਰ ਕਿਉਂਕਿ ਲੇਡੀ ਪ੍ਰੈਗਨੈਂਟ ਹੈ ਔਰ ਕਾਫੀ ਸੀਵੀਅਰਲੀ ਐਨੀਮਿਕ ਸੀ, ਇਸ ਕਰਕੇ ਅਟੈਂਡੈਂਟਸ ਦੇ ਨਾਲ ਉਹਨੂੰ ਐਡਮਿਟ ਵੀ ਕੀਤਾ ਗਿਆ, ਬਟ ਸਮਹਾਓ ਅਨਫੋਰਚੂਨੇਟਲੀ ਅਟੈਂਡੈਂਟਸ ਜਿਹੜੇ ਉਹਨੂੰ ਡਿਸਚਾਰਜ ਕਰਾ ਕੇ ਲੈ ਕੇ ਚਲੇ ਗਏ। ਸੋ ਇਸ ਕਰਕੇ ਸਿਰਫ ਇੱਕ ਕਾਰਨ ਨਹੀਂ ਹੈ, ਬਹੁਤ ਸਾਰੀਆਂ ਕਾਰਨ ਇਹਦੇ ਪਿੱਛੇ ਹੋ ਸਕਦੇ ਹੈ। ਜੇ ਮੈਂ ਗੱਲ ਕਰਾਂ ਕਿ ਇਹਦੇ ਵਿੱਚ ਫੈਮਿਲੀ ਮੈਂਬਰਸ ਦਾ ਬਹੁਤ ਜ਼ਿਆਦਾ ਵੱਡਾ ਰੋਲ ਹੋਣਾ ਚਾਹੀਦਾ ਹੈ ਕਿ ਜੇ ਇੱਕ ਲੜਕੀ ਜਾਂ ਕੋਈ ਇੱਕ ਲੜਕਾ, ਕੋਈ ਵੀ ਵਿਅਕਤੀ ਜਿਹੜਾ ਇੱਕ ਵਾਰੀ ਇਸ ਬਿਮਾਰੀ ਨਾਲ ਪੀੜਿਤ ਹੋ ਗਿਆ ਔਰ ਫੋਰਚੂਨੇਟਲੀ ਉਹ ਟ੍ਰੀਟਮੈਂਟ ਤੇ ਰਜਿਸਟਰ ਹੋ ਗਿਆ, ਟ੍ਰੀਟਮੈਂਟ ਵਾਸਤੇ ਆਉਣਾ ਸ਼ੁਰੂ ਹੋ ਗਿਆ, ਤਾਂ ਉਹਦੇ ਵਾਸਤੇ ਉਹਦਾ ਫੋਲੋ ਅਪ ਉਨਾ ਹੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਔਰ ਫੈਮਿਲੀ ਦੀ ਇਨਵੋਲਵਮੈਂਟ ਉਨੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਕਿਉਂਕਿ ਆਮ ਤੌਰ ਤੇ ਕਈ ਵਾਰੀ ਅਸੀਂ ਇਹ ਕਰਦੇ ਹਾਂ ਕਿ ਟ੍ਰੀਟਮੈਂਟ ਇੱਕ ਵਾਰੀ ਐਡਮਿਟ ਕਰਾ ਲਿਆ, ਟ੍ਰੀਟਮੈਂਟ ਕਰਾ ਕੇ ਡਿਸਚਾਰਜ ਕਰਾ ਕੇ ਵਾਪਿਸ ਲੈ ਗਏ ਘਰ, ਉਸ ਤੋਂ ਬਾਅਦ ਤਾਂ ਹੁਣ ਤਾਂ ਠੀਕ ਹੀ ਹੈ, ਹੁਣ ਫੋਲੋ ਅਪ ਦੀ ਕੀ ਲੋੜ ਹੈ। ਪਰ ਮੇਰਾ ਬਾਰ-ਬਾਰ ਸਾਰਿਆਂ ਨੂੰ ਇਹੀ ਸੁਜੈਸ਼ਨ ਹੁੰਦੀ ਹੈ ਕਿ ਕਿਉਂਕਿ ਜਦੋਂ ਐਡਮਿਟਡ ਹੈ ਪੇਸ਼ੈਂਟ, ਉਦੋਂ ਇੱਕ ਕਨਫਾਈਨਡ ਇਨਵਾਇਰਮੈਂਟ ਦੇ ਵਿੱਚ ਰਹਿ ਰਿਹਾ ਹੈ, ਤਾਂ ਉਸ ਤੋਂ ਬਾਅਦ ਉਹਦੀ ਫੋਲੋ ਅਪ ਹੋਣਾ, ਉਸ ਤੋਂ ਬਾਅਦ ਉਹਦੀ ਟ੍ਰੀਟਮੈਂਟ ਹੋਣਾ, ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਇਸ ਤਰ੍ਹਾਂ ਦੇ ਕੇਸਿਸ ਵਿੱਚ ਜਿਸ ਵਿੱਚ ਕਿ OPD ਬੇਸਡ ਟ੍ਰੀਟਮੈਂਟ ਅਸੀਂ ਕਿ ਆਊਟਡੋਰ ਟ੍ਰੀਟਮੈਂਟ ਲੈ ਰਹੀ ਹੈ ਪੇਸ਼ੈਂਟ, ਕੋਈ ਵੀ ਪੇਸ਼ੈਂਟ ਟ੍ਰੀਟਮੈਂਟ ਲੈ ਰਿਹਾ ਕਿ ਰੈਗੂਲਰ ਆ ਕੇ ਮੈਡੀਸਿਨ ਲੈ ਰਿਹਾ 2 ਦਿਨ ਬਾਅਦ ਜਾਂ 4 ਦਿਨ ਬਾਅਦ ਜਾਂ ਹਫ਼ਤੇ 10 ਦਿਨ ਬਾਅਦ ਆ ਰਿਹਾ, ਤੇ ਉਸਦੇ ਵਿੱਚ ਫੈਮਿਲੀ ਮੈਂਬਰ ਦਾ ਰੋਲ ਹੋਰ ਜ਼ਿਆਦਾ ਵੱਧ ਜਾਂਦਾ ਕਿ ਉਸ ਪੇਸ਼ੈਂਟ ਦੇ ਵਾਸਤੇ ਫੋਲੋ ਅਪ ਕਰਨਾ, ਉਸ ਪੇਸ਼ੈਂਟ ਨੂੰ ਆ ਕੇ ਜਿਹੜੇ ਸਰਵਿਸ ਪ੍ਰੋਵਾਈਡਰਸ ਹੈ, ਡਾਕਟਰਸ ਹੈ, ਸਾਈਕੈਟਰਿਸਟ ਹੈ, ਕਾਉਂਸਲਰਸ ਨਾਲ ਆ ਕੇ ਰਾਬਤਾ ਕਾਇਮ ਕਰਨਾ, ਉਹਨਾਂ ਨੂੰ ਮਿਲਣਾ, ਉਹਨਾਂ ਨਾਲ ਆ ਕੇ ਗੱਲਬਾਤ ਕਰਨੀ ਕਿ ਇਹ ਟ੍ਰੀਟਮੈਂਟ, ਇਹਦਾ ਪ੍ਰੋਗਰੈਸ ਕਿਸ ਤਰ੍ਹਾਂ ਦੀ ਹੋ ਰਹੀ ਹੈ, ਕਿਸ ਤਰ੍ਹਾਂ ਚੱਲ ਰਿਹਾ, ਇਹਦੇ ਵਿੱਚ ਫੈਮਿਲੀ ਨੂੰ ਕੀ ਕਰਨ ਦੀ ਲੋੜ ਹੈ। ਅਸੀਂ ਆਪਣੇ ਵੱਲੋਂ ਫੈਮਿਲੀ ਕਾਉਂਸਲਿੰਗ ਸੈਸ਼ਨਸ ਜ਼ਰੂਰ ਰੱਖਦੇ ਹਾਂ, ਪਰ
ਉਹ ਇਹਦੇ ਵਾਸਤੇ ਫੈਮਿਲੀ ਦੇ ਆਪਣੀ ਜ਼ਿੰਮੇਵਾਰੀ ਸਮਝਣਾ, ਸੁਸਾਇਟੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ, ਉਹ ਵੀ ਬਹੁਤ ਜ਼ਰੂਰੀ ਹੈ ਜੀ। ਜੀ, ਉਹ ਲੜਕੀ ਕਹਿ ਰਹੀ ਸੀ ਕਿ ਉਹਦੀ ਫੈਮਿਲੀ ਸਪੋਰਟ ਨਹੀਂ ਹੈ, ਉਹਦੇ ਪੇਰੈਂਟਸ ਨਹੀਂ ਹੈ, ਉਹਦਾ ਹਸਬੈਂਡ ਜੇਲ੍ਹ ਦੇ ਵਿੱਚ ਹੈਗਾ ਆ ਆਲਰੇਡੀ, ਉਹ NDPS ਐਕਟ ਦੇ ਵਿੱਚ ਜੇਲ੍ਹ ਦੇ ਵਿੱਚ ਆ। ਸੋ ਉਹਦੀਆਂ ਸੋਸ਼ੀਓ ਇਕਨੋਮਿਕ ਕੰਡੀਸ਼ਨਸ ਜਿਹੜੀਆਂ ਇੱਥੇ ਮੈਟਰ ਕਰਦੀਆਂ। ਮੈਂ ਇਸੇ ਚੀਜ਼ ਨੂੰ ਹੀ ਅੱਗੇ ਤੁਹਾਨੂੰ ਮੈਂ ਚਾਹੁੰਦੀ ਤੁਸੀਂ ਇੱਥੇ ਹੋਰ ਜਾਣਕਾਰੀ ਦਿਓ ਕਿ ਤੁਹਾਨੂੰ ਐਜ਼ ਏ ਮੈਡੀਕਲ ਸਟਾਫ ਤੁਹਾਨੂੰ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆ ਐਟ ਦ ਗ੍ਰਾਸ ਰੂਟ ਲੈਵਲ ਜਦੋਂ ਤੁਸੀਂ ਕਿਸੇ ਵੀ ਨੌਜਵਾਨ ਨੂੰ ਨਸ਼ੇ ਤੋਂ ਮੁਕਤ ਕਰਨ ਦੀਆਂ ਕੋਸ਼ਿਸ਼ਾਂ 'ਚ ਹੁੰਦੇ ਹੋ? ਦੇਖੋ, ਇਸ ਤਰ੍ਹਾਂ ਕਿ ਇਹਦੇ ਵਿੱਚ ਇਹ ਹੁੰਦਾ ਕਿ ਜਦੋਂ ਲੋਕ ਤੁਹਾਡੇ ਕੋਲ ਟ੍ਰੀਟਮੈਂਟ ਲੈਣ ਵਾਸਤੇ ਆਉਂਦੇ ਆ ਤਾਂ ਬਹੁਤ ਉਮੀਦ ਲੈ ਕੇ ਆਉਂਦੇ ਆ, ਔਰ ਇਸ ਤਰ੍ਹਾਂ ਨਹੀਂ ਹੈ ਕਿ ਪ੍ਰਾਈਵੇਟ ਸੈਂਟਰਾਂ ਦੇ ਵਿੱਚ, ਸਰਕਾਰੀ ਸੈਂਟਰਸ ਇਸ ਤਰ੍ਹਾਂ ਇੰਨੇ ਵਧੀਆ ਬਣੇ ਹੋਏ ਹੈ, ਇੰਨੇ ਵਧੀਆ ਸਰਵਿਸਿਜ਼ ਅਵੇਲੇਬਲ ਕਰਵਾਈਆਂ ਜਾ ਰਹੀਆਂ ਸਰਕਾਰੀ ਸੈਂਟਰਾਂ ਦੇ ਵਿੱਚ ਵੀ, ਕਿ ਲੋਕ ਬਹੁਤ ਉਮੀਦ ਲੈ ਕੇ ਆਉਂਦੇ ਆ, ਔਰ ਬਿਕੋਜ਼ ਫ੍ਰੀ ਆਫ ਕਾਸਟ ਹੈ ਔਰ ਵਧੀਆ ਸਰਵਿਸਿਜ਼ ਹੈ, ਸੋ ਲੋਕਾਂ ਦੀ ਉਮੀਦ ਹੋਰ ਜ਼ਿਆਦਾ ਵੱਧ ਜਾਂਦੀ ਹੈ। ਸੋ ਉਹ ਇਸ ਤਰ੍ਹਾਂ ਦੀਆਂ ਉਮੀਦਾਂ ਲੈ ਕੇ ਆਉਂਦੇ, ਔਰ ਉਹ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਫੈਮਿਲੀ ਮੈਂਬਰਸ ਲੈ ਕੇ ਆਉਂਦੇ ਆ ਪੇਸ਼ੈਂਟ ਨੂੰ, ਆ ਕੇ ਉਹਦਾ ਟ੍ਰੀਟਮੈਂਟ ਜਿਹੜਾ ਉਹ ਸਟਾਰਟ ਹੁੰਦਾ ਹੈ, ਪੇਸ਼ੈਂਟ ਟ੍ਰੀਟਮੈਂਟ ਕਰਵਾਉਂਦਾ, ਚਾਹੇ ਇਨਡੋਰ ਟ੍ਰੀਟਮੈਂਟ ਹੈ, ਦਾਖਲ ਹੋ ਕੇ ਟ੍ਰੀਟਮੈਂਟ ਹੈ, ਜਾਂ ਉਹਦਾ ਆਊਟਡੋਰ ਟ੍ਰੀਟਮੈਂਟ ਘਰ ਰਹਿ ਕੇ ਟ੍ਰੀਟਮੈਂਟ ਚੱਲ ਰਿਹਾ। ਉਹਦੇ ਨਾਲ ਜਿਹੜਾ ਕਾਉਂਸਲਿੰਗ ਪ੍ਰੋਗਰਾਮ ਹੈ, ਜਿਹਦੇ ਤੇ ਅਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦਿੰਦੇ, ਬਹੁਤ ਜ਼ਿਆਦਾ ਉਹਦੇ ਤੇ ਸੀਰੀਅਸਲੀ ਉਸ ਚੀਜ਼ ਨੂੰ ਲੈਂਦੇ ਨਹੀਂ ਹੈ, ਉਹ ਚੀਜ਼ ਉਨੀ ਹੀ ਜ਼ਿਆਦਾ ਜ਼ਰੂਰੀ ਹੈ ਕਿ ਜਿੰਨੀ ਕਿ ਮੈਡੀਸਿਨ ਖਾਣੀ। ਸੋ ਬਹੁਤ ਸਾਰੇ ਲੋਕ ਉਸ ਚੀਜ਼ ਨੂੰ ਅਵੋਇਡ ਕਰਦੇ ਹੈ ਕਿ ਟਾਈਮ ਨਹੀਂ ਹੈ ਸਾਡੇ ਕੋਲ, ਅਸੀਂ ਜਲਦੀ ਜਾਣਾ, ਅਸੀਂ ਕੰਮ ਤੇ ਜਾਣਾ। ਬਹੁਤ ਠੀਕ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਜੇ ਅਸੀਂ ਨੌਜਵਾਨਾਂ ਨੂੰ ਠੀਕ ਕਰਨ ਦੀ ਗੱਲ ਕਰ ਰਹੇ ਹਾਂ ਤਾਂ ਉਹਦੇ ਵਿੱਚ ਉਹਨਾਂ ਦਾ ਐਮਪਲੋਇਮੈਂਟ ਜਿਹੜੇ ਤੇ ਲੱਗਣਾ, ਉਹਨਾਂ ਦਾ ਜੌਬਸ ਤੇ ਲੱਗਣਾ, ਉਹਨਾਂ ਦਾ ਆਪਣਾ ਕੰਮਕਾਰ ਕਰਨਾ, ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਇੱਕ ਟ੍ਰੀਟਮੈਂਟ ਦਾ ਬੜਾ ਇੰਪੋਰਟੈਂਟ ਐਸਪੈਕਟ ਹੈ ਕਿ ਜਿਹਨੂੰ ਆਮ ਤੌਰ ਤੇ ਨਿਗਲੈਕਟ ਕੀਤਾ ਜਾਂਦਾ ਹੈ, ਕਿ ਅਸੀਂ ਜੇ ਇਹ ਮੰਨ ਕੇ ਚੱਲ ਰਹੇ ਹਾਂ ਕਿ ਇੱਕ ਬਿਮਾਰੀ ਹੈ, ਨਸ਼ਾ ਕਰਨਾ ਇੱਕ ਬਿਮਾਰੀ ਹੈ, ਦਿਮਾਗ ਦੀ ਬਿਮਾਰੀ ਹੈ, ਔਰ ਉਹਦੇ ਵਾਸਤੇ ਜੇ ਮੈਡੀਸਿਨ ਹੈ, ਮੈਡੀਸਿਨ ਦੇ ਨਾਲ ਕਾਉਂਸਲਿੰਗ ਹੈ, ਕਾਉਂਸਲਿੰਗ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਉਹਦਾ ਐਨਾਲਿਸਿਸ ਕਰਨਾ, ਉਹਦੇ ਪਰਸਨੈਲਿਟੀ ਨੂੰ ਸਮਝਣਾ, ਉਹਦੇ ਟੈਂਪਰਾਮੈਂਟ ਨੂੰ ਸਮਝਣਾ, ਔਰ ਉਹਦੇ ਅਕੋਰਡਿੰਗਲੀ ਅੱਗੇ ਫਰਦਰ ਜਿਹੜਾ ਟ੍ਰੀਟਮੈਂਟ ਪਲਾਨ ਕਰਨਾ, ਉਹ ਬਹੁਤ ਜ਼ਰੂਰੀ ਹੈ। ਸੋ ਇੱਕ ਵੱਡਾ ਚੈਲੰਜ ਇਹ ਹੈ। ਦੂਸਰਾ, ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਗਲਤ ਧਾਰਨਾਵਾਂ ਬੈਠ ਜਾਂਦੀਆਂ ਕਿ ਜਦੋਂ ਕੋਈ ਵਿਅਕਤੀ ਦਵਾਈ ਤੇ ਲੱਗ ਜਾਂਦਾ ਤਾਂ ਦਵਾਈ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਹੈ, ਇਹ ਦਵਾਈ ਖਾਣ ਨਾਲ ਵੀ ਨਸ਼ੇ ਵਾਲੀ ਹੈ, ਉਹੀ ਸਾਰਾ ਕੁਝ ਨਸ਼ੇ ਵਾਲੀ ਚੀਜ਼ ਹੀ ਹੋਣੀ ਹੈ। ਮੈਡੀਸਿਨ ਜਿਹੜੀ ਹੈ ਉਹ ਦਵਾਈ ਹੈ, ਲੀਗਲਾਈਜ਼ਡ, ਉਹਦੇ ਵਿੱਚ ਔਰ ਨਸ਼ੇ ਨੂੰ ਆਪਸ 'ਚ ਕੰਪੇਅਰ ਕੀਤਾ ਹੀ ਨਹੀਂ ਜਾ ਸਕਦਾ। ਠੀਕ ਹੈ। ਦੂਸਰਾ ਜਿਹੜਾ ਕਿ ਅਸੀਂ ਇੱਕ ਕੰਟਰੋਲਡ ਐਨਵਾਇਰਨਮੈਂਟ ਦੇ ਵਿੱਚ ਅੰਡਰ ਸੁਪਰਵਿਜ਼ਨ, ਅੰਡਰ ਮੈਡੀਕਲ ਗਾਈਡੈਂਸ ਇਹ ਸਾਰਾ ਕੁਝ ਪ੍ਰੋਸੈਸ ਜਿਹੜਾ ਟ੍ਰੀਟਮੈਂਟ ਪ੍ਰੋਸੈਸ ਕਰ ਰਹੇ ਹੈ, ਔਰ ਨਾਲ ਜਿਹੜੀ ਕਾਉਂਸਲਿੰਗ ਸਰਵਿਸਿਜ਼ ਅਵੇਲੇਬਲ ਹੋ ਰਹੀਆਂ। ਸੋ ਇਸ ਚੀਜ਼ ਨੂੰ ਪਹਿਲਾਂ ਤਾਂ ਇਹ ਆਪਣੇ ਦਿਮਾਗ ਵਿੱਚ ਇਹ ਬਿਠਾਉਣਾ ਕਿ ਜਿਹੜੀ ਮੈਡੀਸਿਨ ਹੈ ਉਹ ਡਰੱਗ ਨਹੀਂ ਹੈ, ਉਹ ਨਸ਼ਾ ਨਹੀਂ ਹੈ। ਮੈਡੀਸਿਨ ਦਵਾਈ ਹੈ, ਲੰਬਾ ਟਾਈਮ ਵੀ ਖਾਣੀ ਪੈ ਸਕਦੀ। ਦਵਾਈ ਜਿਹੜੀ ਹੈ, ਕਈ ਬਿਮਾਰੀਆਂ ਐਸੀਆਂ ਕਿ ਜਿਹੜੀਆਂ ਲੰਬਾ ਟਾਈਮ ਦਵਾਈ ਖਾਣੀ ਪੈਂਦੀ ਹੈ, ਕਈ ਉਹਨਾਂ ਦੇ ਵਿੱਚ ਸਾਰੀ ਉਮਰ ਵੀ ਦਵਾਈ ਖਾਣੀ ਪੈ ਸਕਦੀ ਹੈ। ਸੋ ਇਸ ਤਰ੍ਹਾਂ ਦੀਆਂ ਧਾਰਨਾਵਾਂ ਨੂੰ ਦਿਮਾਗ ਚੋਂ ਕੱਢਣਾ ਬਹੁਤ ਜ਼ਰੂਰੀ ਹੈ, ਔਰ ਇਸ ਚੀਜ਼ ਦਾ ਪ੍ਰਚਾਰ ਹੋਣਾ, ਇਸ ਚੀਜ਼ ਦਾ ਪ੍ਰਸਾਰ ਹੋਣਾ ਸਾਰੇ ਲੋਕਾਂ ਸੁਸਾਇਟੀ ਦੇ ਵਿੱਚ ਬਹੁਤ ਜ਼ਰੂਰੀ ਹੈ। ਤੀਸਰੀ ਚੀਜ਼ ਕਿ ਸੁਸਾਇਟੀ ਦੀ ਸਪੋਰਟ ਹਰ ਇੱਕ ਲੈਵਲ ਤੇ, ਚਾਹੇ ਉਹ ਅਵੇਅਰਨੈਸ ਤੇ ਹੈ, ਨੌਜਵਾਨਾਂ ਵਿੱਚ, ਬੱਚਿਆਂ ਦੇ ਵਿੱਚ ਨਸ਼ਾ ਕਰਨ ਤੋਂ ਬਚਾਉਣ ਵਾਸਤੇ ਹੈ, ਚਾਹੇ ਉਹਨਾਂ ਨੂੰ ਟ੍ਰੀਟਮੈਂਟ ਤੇ ਲੈ ਕੇ ਆਉਣ ਵਾਸਤੇ ਹੈ, ਚਾਹੇ ਉਹਨਾਂ ਦਾ ਫੋਲੋਅਪ ਵਾਸਤੇ ਹੈ, ਚਾਹੇ ਉਹਨਾਂ ਨੂੰ ਰੀਹੈਬਿਲਿਟੇਟ ਕਰਨ ਵਾਸਤੇ ਹੈ। ਸੁਸਾਇਟੀ ਦਾ ਰੋਲ ਹਰ ਇੱਕ ਸਟੈਪ ਤੇ ਹੋਣਾ ਚਾਹੀਦਾ ਹੈ, ਔਰ ਬਹੁਤ ਐਕਟਿਵ ਰੋਲ ਹੋਣਾ ਚਾਹੀਦਾ ਹੈ, ਜਿਹੜੀ ਕਿ ਚੀਜ਼ ਮੈਨੂੰ ਲੱਗਦਾ ਕਿ ਬਹੁਤ ਸਾਲਾਂ ਤੋਂ ਲੈਕਿੰਗ ਹੈ, ਔਰ ਅੱਜ ਦੀ ਡੇਟ 'ਚ ਵੀ ਉਸ ਲੈਵਲ ਤੱਕ ਸੁਸਾਇਟੀ ਦੀ ਸਪੋਰਟ ਨਹੀਂ ਆ ਪਾਈ। ਜੀ ਜੀ, ਮੈਂ ਇਸੇ 'ਚ ਹੀ ਅਗਲਾ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਇੱਕ ਸੈਗਮੈਂਟ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਕੋਲ ਇਨਫਰਾਸਟਰਕਚਰ ਨਾ ਹੋਵੇ, ਆਪਣੀ ਸਟੇਟ ਦੇ ਕੋਲ, ਪੰਜਾਬ ਦੇ ਕੋਲ ਜਾਂ ਪੂਰੇ ਭਾਰਤ ਦੇ ਕੋਲ ਇਨਫਰਾਸਟਰਕਚਰ ਦੀ ਕਮੀ ਹੋਵੇ। ਪੰਜਾਬ ਆਲਰੇਡੀ ਫਿਸਕਲ ਡੈਫਿਸਿਟ ਚੱਲ ਰਿਹਾ ਹੈ, ਖਰਚੇ ਦੇ ਅੰਦਰ ਹੈ। ਸੋ ਮੈਂ ਜਾਣਨਾ ਚਾਹੁੰਦੀ ਹਾਂ ਸਰ ਕਿ ਇਹੋ ਜਿਹੇ ਜਿਹੜੇ ਡੀ ਐਡਿਕਸ਼ਨ ਸੈਂਟਰਸ ਨੇ, ਜਿੱਥੇ ਸਟਾਫ ਵੀ ਹੈਗਾ ਆ, ਕੀ ਉੱਥੇ ਫੰਡਿੰਗ ਦੀ ਪ੍ਰੋਬਲਮ ਦਾ ਸਾਹਮਣਾ ਵੀ ਤੁਹਾਨੂੰ ਸਰਕਾਰ ਵੱਲੋਂ ਕਰਨਾ ਪੈਂਦਾ? ਮੈਂ ਇਸ ਚੀਜ਼ ਤੇ ਥੋੜਾ ਜਿਹਾ ਇਲੈਬੋਰੇਟ ਕਰਨਾ ਚਾਹੂੰਗਾ ਕਿ ਮੈਂ ਐਜ਼ ਟੈਕਨੀਕਲ ਐਕਸਪਰਟ ਕੋਈ 12 ਜਾਂ 14 ਸਟੇਟਸ ਮੈਂ ਵਿਜ਼ਿਟ ਕੀਤੀਆਂ ਫॉर ਡਿਫਰੈਂਟ ਡੀ ਐਡਿਕਸ਼ਨ ਸਰਵਿਸਿਜ਼ ਮੋਨੀਟਰ ਕਰਨ ਵਾਸਤੇ, ਇਨਸਪੈਕਸ਼ਨਸ ਕਰਨ ਵਾਸਤੇ। ਪੰਜਾਬ ਇੱਕੋ ਇੱਕ ਸਟੇਟ ਹੈ ਕਿ ਜਿੱਥੇ ਇੰਨੇ ਮੈਸਿਵ ਲੈਵਲ ਤੇ, ਇੰਨੇ ਮੈਸਿਵ ਸਕੇਲ ਤੇ ਡੀ ਐਡਿਕਸ਼ਨ ਸਰਵਿਸਿਜ਼ ਜਿਹੜੀਆਂ ਉਹ ਪ੍ਰੋਵਾਈਡ ਕੀਤੀਆਂ ਜਾ ਰਹੀਆਂ।
ਇਨਫਰਾਸਟ੍ਰਕਚਰ ਦੀ ਕੋਈ ਕਮੀ ਨਹੀਂ ਹੈ, ਮੈਡੀਸਿਨ ਦੀ ਕੋਈ ਕਮੀ ਨਹੀਂ ਹੈ, ਸਟਾਫ ਕਰੰਚ ਕਿਤੇ ਨਹੀਂ ਹੈ। ਸੋ ਇਹ ਸਰਵਿਸਿਜ਼ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਸਿਰਫ ਇੱਕ ਚੀਜ਼ ਥੋੜੀ ਜਿਹੀ ਲੈਕਿੰਗ ਜਿਹੜੀ ਲੱਗਦੀ ਹੈ ਕਿ ਨਵੇਂ ਇਨੀਸ਼ੀਏਟਿਵਸ, ਨਵੇਂ ਇਨੋਵੇਟਿਵ ਆਈਡੀਆਜ਼, ਕਿਉਂਕਿ ਬਹੁਤ ਵਾਰ ਐਸਾ ਹੁੰਦਾ ਕਿ ਅਸੀਂ ਸਰਵਿਸਿਜ਼ ਐਸਟੈਬਲਿਸ਼ ਕਰ ਦਿੱਤੀਆਂ, ਅਸੀਂ ਸਰਵਿਸਿਜ਼ ਐਸਟੈਬਲਿਸ਼ ਕਰਕੇ ਆਰਾਮ ਨਾਲ ਬੈਠ ਗਏ ਕਿ ਇਹ ਸਰਵਿਸਿਜ਼ ਅਸੀਂ ਦੇਤੀਆਂ, ਲੋਕ ਆਪਣੇ ਆਪ ਆ ਕੇ ਇਹਨਾਂ ਨੂੰ ਅਵੇਲ ਕਰਨਗੇ ਔਰ ਅਵੇਲ ਕਰਨ ਤੋਂ ਬਾਅਦ ਆਪਣੇ ਆਪ ਠੀਕ ਹੁੰਦੇ ਜਾਣਗੇ। ਇੱਕ ਡਾਇਨਾਮਿਕ ਪ੍ਰੋਸੈਸ ਹੈ। ਮੈਨੂੰ ਜੋ ਮਹਿਸੂਸ ਹੁੰਦਾ ਕਿ ਬਹੁਤ ਇੱਕ ਡਾਇਨਾਮਿਕ ਪ੍ਰੋਸੈਸ ਹੋਣਾ ਚਾਹੀਦਾ ਹੈ ਕਿ ਇੱਕ ਤਰ੍ਹਾਂ ਦੀਆਂ ਸਰਵਿਸਿਜ਼ ਤੇ ਅਸੀਂ ਰੁਕ ਨਹੀਂ ਜਾਣਾ ਚਾਹੀਦਾ, ਇੱਕ ਤਰ੍ਹਾਂ ਦੀ ਸਰਵਿਸਿਜ਼ ਤੇ ਸਾਨੂੰ ਖੜੇ ਨਹੀਂ ਹੋ ਜਾਣਾ ਚਾਹੀਦਾ। ਸਾਨੂੰ ਉਹ ਨਵੇਂ ਆਈਡੀਆਜ਼ ਲੈ ਕੇ ਨਵੀਂ ਤਰ੍ਹਾਂ ਦੀ ਸਰਵਿਸਿਜ਼ ਜਿਹੜੀਆਂ ਉਹ ਲੈ ਕੇ ਆਉਣੀਆਂ ਚਾਹੀਦੀਆਂ ਕਿ ਤਾਂ ਕਿ ਲੋਕ ਵੱਧ ਤੋਂ ਵੱਧ ਲੋਕ ਜਿਹੜੀਆਂ ਸਰਵਿਸਿਜ਼ ਅਵੇਲ ਕਰ ਸਕਣ। ਉਹ ਲੋਕ ਵੀ ਕਿ ਜਿਹੜੇ ਅੱਜ ਤੱਕ ਕਦੀ ਸਰਵਿਸਿਜ਼ ਤੇ ਆ ਨਹੀਂ ਪਾਏ, ਸਰਵਿਸਿਜ਼ ਨਾਲ ਲਿੰਕ ਨਹੀਂ ਹੋ ਪਾਏ। ਇਹਦੇ ਵਿੱਚ ਮੈਂ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਅਸੀਂ ਇੱਕ ਵਰਡ ਯੂਜ਼ ਕਰਦੇ ਹਾਂ, ਹਿਡਨ ਪੋਪੂਲੇਸ਼ਨ। ਹਿਡਨ ਪੋਪੂਲੇਸ਼ਨ ਇਸ ਜੇ ਡਰੱਗ ਐਡਿਕਸ਼ਨ ਦੇ ਫੀਲਡ ਵਿੱਚ ਉਹਦੇ ਬਾਰੇ ਚ ਗੱਲ ਕਰੀਏ ਤਾਂ ਹਿਡਨ ਪੋਪੂਲੇਸ਼ਨ ਉਹ ਪੋਪੂਲੇਸ਼ਨ ਹੈ ਕਿ ਜਿਹਦੇ ਤੱਕ ਅਸੀਂ ਆਪਣੀਆਂ ਸਰਵਿਸਿਜ਼ ਲੈ ਕੇ ਹਜੇ ਤੱਕ ਪਹੁੰਚ ਨਹੀਂ ਪਾਏ ਜਾਂ ਉਹ ਸਰਵਿਸਿਜ਼ ਲੈਣ ਵਾਸਤੇ ਸਾਡੇ ਤੱਕ ਨਹੀਂ ਆ ਪਾਏ। ਸੋ ਉਹਨੂੰ ਅਸੀਂ ਹਿਡਨ ਪੋਪੂਲੇਸ਼ਨ ਤਾਂ ਕਹਿ ਦਿੰਦੇ ਹਾਂ, ਬਟ ਫੈਕਟ ਇਜ਼ ਕਿ ਉਹ ਪੋਪੂਲੇਸ਼ਨ ਐਕਚੁਅਲ 'ਚ ਐਗਜ਼ਿਸਟ ਕਰ ਰਹੀ ਹੈ, ਉਹ ਐਕਚੁਅਲ 'ਚ ਹੈ ਪੋਪੂਲੇਸ਼ਨ ਤਾਂ, ਪਰ ਅਸੀਂ ਉਹਨਾਂ ਦੇ ਅਕੋਰਡਿੰਗਲੀ ਆਪਣੀ ਸਰਵਿਸਿਜ਼ ਨੂੰ ਮੋਲਡ ਨਹੀਂ ਕੀਤਾ, ਟੇਲਰ ਮੇਡ ਨਹੀਂ ਬਣਾਇਆ ਕਿ ਉਹਨਾਂ ਨੂੰ ਕਿ ਉਹ ਈਜ਼ੀਲੀ ਬੜੇ ਵਧੀਆ ਤਰੀਕੇ ਨਾਲ, ਬੜੇ ਸੁਖਦਾਇਕ ਤਰੀਕੇ ਨਾਲ ਆ ਕੇ ਸਰਵਿਸਿਜ਼ ਅਵੇਲ ਕਰ ਸਕਣ। ਇਹਦੇ ਵਿੱਚ ਵੀ ਜੇ ਮੈਂ ਐਗਜ਼ਾਮਪਲ ਦੇਵਾਂ ਤਾਂ ਫੀਮੇਲ ਪੋਪੂਲੇਸ਼ਨ ਦੀ ਹੈ ਕਿ ਫੀਮੇਲਸ, ਜੇ ਅਸੀਂ ਅੱਜ ਦੀ ਡੇਟ 'ਚ ਇਹ ਮੰਨ ਕੇ ਚੱਲੀਏ ਕਿ ਫੀਮੇਲਸ ਡਰੱਗ ਯੂਜ਼ ਨਹੀਂ ਕਰਦੀਆਂ ਜਾਂ ਡਰੱਗ ਐਡਿਕਟ ਨਹੀਂ ਹੈ ਤੇ ਇਹ ਗਲਤ ਹੋਏਗਾ, ਕਿਉਂਕਿ ਜੇ ਅਸੀਂ ਸਰਵੇਜ਼ ਦੇਖੀਏ, ਪੁਰਾਣੇ ਸਰਵੇਜ਼ 2014 ਦਾ ਸਰਵੇ ਦੇਖੀਏ, 2019 ਦਾ ਸਰਵੇ ਦੇਖੀਏ, ਉਹਦੇ ਅਕੋਰਡਿੰਗਲੀ ਹਰ ਇੱਕ ਸਟੇਟ ਦੇ ਵਿੱਚ, ਪੰਜਾਬ ਵਿੱਚ ਵੀ ਵਿਮਨ ਡਰੱਗ ਯੂਜ਼ਰਸ ਦੀ ਪੋਪੂਲੇਸ਼ਨ ਕਾਫੀ ਹੈ। ਸੋ ਅਸੀਂ ਆਪਣੀਆਂ ਸਰਵਿਸਿਜ਼ ਨੂੰ ਉਹਨਾਂ ਦੇ ਅਕੋਰਡਿੰਗਲੀ ਮੋਲਡ ਨਹੀਂ ਕੀਤਾ, ਉਹਨਾਂ ਦੇ ਅਕੋਰਡਿੰਗਲੀ ਬਣਾ ਨਹੀਂ ਪਾਏ, ਕਿਉਂਕਿ ਇਹ ਵਿਮਨ ਪੋਪੂਲੇਸ਼ਨ ਡਰੱਗ ਯੂਜ਼ਰ ਜਿਹੜੀਆਂ ਉਹ ਮੇਲ ਡਰੱਗ ਯੂਜ਼ਰਸ ਤੋਂ ਬਹੁਤ ਜ਼ਿਆਦਾ, ਉਹਨਾਂ ਦੇ ਇਸ਼ੂਜ਼ ਡਿਫਰੈਂਟ ਹੈ, ਉਹਨਾਂ ਦੇ ਕਾਜ਼ਸ ਡਿਫਰੈਂਟ ਹੈ, ਉਹਨਾਂ ਦੇ ਕੰਸਰਨਸ ਡਿਫਰੈਂਟ ਹੈ, ਉਹਨਾਂ ਨੂੰ ਸਰਵਿਸ ਡਿਫਰੈਂਟ ਤਰ੍ਹਾਂ ਦੀਆਂ ਅਵੇਲੇਬਲ ਹੋਣੀਆਂ ਚਾਹੀਦੀਆਂ। ਦੂਸਰੀ ਕੈਟੇਗਰੀ ਇਹਦੇ 'ਚ ਆ ਜਾਂਦੀ ਟਰਾਂਸਜੈਂਡਰਸ ਦੀ, ਤੀਸਰੀ ਕੈਟੇਗਰੀ ਆ ਜਾਂਦੀ ਬੱਚਿਆਂ ਦੀ, ਹੋਰ ਬਹੁਤ ਸਾਰੀਆਂ ਸਬ ਗਰੁੱਪਸ ਇਸ ਤਰ੍ਹਾਂ ਦੇ ਹੈ। ਸੋ ਉਹਨਾਂ ਸਰਵਿਸਿਜ਼, ਉਹਨਾਂ ਵਾਸਤੇ ਵੀ ਸਰਵਿਸਿਜ਼ ਅਵੇਲੇਬਲ ਹੋਣੀ ਚਾਹੀਦੀਆਂ। ਨੋ ਡਾਊਟ ਕਿ ਸਾਡੇ ਕੋਲ ਪੰਜਾਬ ਵਿੱਚ ਖਾਸ ਤੌਰ ਤੇ ਬਹੁਤ ਜ਼ਿਆਦਾ ਸਰਵਿਸਿਜ਼ ਅਵੇਲੇਬਲ ਆ ਔਰ ਸਰਵਿਸਿਜ਼ ਦੀ, ਫੰਡਸ ਦੀ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ। ਸਿਰਫ ਇਹ ਇਸ ਤਰ੍ਹਾਂ ਦੇ ਆਈਡੀਆਜ਼ ਲੈ ਕੇ ਆਉਣ ਦੀ ਥੋੜੀ ਜਿਹੀ ਕਮੀ ਫਿਲਹਾਲ ਹੈ ਕਿ ਜੇ ਕਿ ਇਹ ਪੋਪੂਲੇਸ਼ਨਸ ਵੀ, ਇਹ ਸਬ ਗਰੁੱਪਸ ਵੀ ਉਹਨਾਂ ਨੂੰ ਸਰਵਿਸਿਜ਼ ਨਾਲ ਲਿੰਕ ਅਪ ਹੋ ਸਕਣ। ਜੀ ਮੈਂ ਇਸੇ ਵਿਸ਼ੇ ਤੇ ਰਿਸਰਚ ਕਰਦੇ ਸਾਹਮਣੇ ਆਇਆ ਹੈ ਕਿ ਆਪਣੇ ਕਪੂਰਥਲਾ ਦੇ ਵਿੱਚ ਤੁਹਾਡੇ ਅੰਡਰ ਹੀ ਇੱਕ ਪ੍ਰੋਗਰਾਮ ਚੱਲਦਾ ਪਿਆ ਸੀ, ਜਿੱਥੇ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਤੋਂ ਫੰਡਿੰਗ ਵੀ ਪ੍ਰੋਵਾਈਡਡ ਸੀ। ਉਹ ਬਠਿੰਡਾ, ਕਪੂਰਥਲਾ, ਦੇਸ਼ ਦੇ ਵਿੱਚ 5 ਖੁੱਲੇ ਸੀ, ਉਹਨਾਂ ਚੋਂ 2 ਆਪਣੀਆਂ, 3 ਆਪਣੇ ਪੰਜਾਬ 'ਚ ਸੀ। ਉਹ ਪ੍ਰੋਗਰਾਮ ਦੇ ਵਿੱਚ ਜੀ, ਉਹਦੇ ਵਿੱਚ ਜਿਹੜੇ 5 ਜਗ੍ਹਾ ਤੇ ਇਹ ਪਾਇਲਟ ਪ੍ਰੋਜੈਕਟ ਸਟਾਰਟ ਹੋਏ ਸੀ 2012 ਦੇ ਵਿੱਚ, ਇਹ ਗੱਲ ਕਰ ਰਹੇ ਹਾਂ ਆਪਾਂ ਮੈਥਾਡੋਨ ਮੇਨਟੇਨੈਂਸ ਥੈਰੇਪੀ ਪ੍ਰੋਜੈਕਟ ਸੀ, ਜਿਹੜੇ UNODC ਵੱਲੋਂ ਸਟਾਰਟ ਕੀਤੇ ਗਏ ਸੀ ਕਪੂਰਥਲਾ, ਬਠਿੰਡਾ, ਇੰਫਾਲ, ਮੁੰਬਈ ਔਰ ਦਿੱਲੀ ਦੇ ਵਿੱਚ। ਇਹ 5 ਜਗ੍ਹਾ ਤੇ ਪਾਇਲਟ ਪ੍ਰੋਜੈਕਟ ਸਟਾਰਟ ਕੀਤੇ ਗਏ ਸੀ। 2014 ਵਿੱਚ ਗਵਰਨਮੈਂਟ ਆਫ ਇੰਡੀਆ ਨੇ ਇਹਨੂੰ ਟੇਕ ਓਵਰ ਕਰ ਲਿਆ ਔਰ ਕਰੰਟਲੀ ਇਹਨੂੰ ਨਾਮ ਦਿੱਤਾ ਗਿਆ ਡਰੱਗ ਟ੍ਰੀਟਮੈਂਟ ਕਲੀਨਿਕਸ। ਮਿਨਿਸਟਰੀ ਆਫ ਹੈਲਥ ਮਿਨਿਸਟਰੀ, ਗਵਰਨਮੈਂਟ ਆਫ ਇੰਡੀਆ ਦੇ ਅੰਡਰ ਇਹ ਚੱਲ ਰਹੇ ਹੈ। ਅੱਜ ਦੀ ਡੇਟ ਵਿੱਚ ਵੀ ਫੰਕਸ਼ਨਲ ਹੈ ਔਰ ਪੂਰੇ ਕੰਟਰੀ ਦੇ ਵਿੱਚ ਅਰਾਊਂਡ 30 ਦੇ ਆਸ-ਪਾਸ ਜਿਹੜੇ ਇਹ DTCs, ਡਰੱਗ ਟ੍ਰੀਟਮੈਂਟ ਕਲੀਨਿਕਸ ਜਿਹੜੇ ਉਹ ਐਸਟੈਬਲਿਸ਼ ਹੋਏ ਔਰ ਚੱਲ ਰਹੇ ਹੈ। ਪੰਜਾਬ ਵਿੱਚ ਸਟਿਲ 2 ਹੀ ਹੈ, ਕਪੂਰਥਲਾ ਔਰ ਬਠਿੰਡਾ ਦੇ ਵਿੱਚ, ਜਿਹੜੇ ਕਿ ਅੱਜ ਦੀ ਡੇਟ ਵਿੱਚ ਵੀ ਚੱਲ ਰਹੇ ਹੈ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੁਝ ਟਾਈਮ ਪਹਿਲਾਂ ਇੱਕ ਪਾਇਲਟ ਪ੍ਰੋਜੈਕਟ ਕਪੂਰਥਲਾ ਦੇ ਵਿੱਚ ਆਇਆ ਸੀ, ਜਿਹੜਾ ਕਿ ਇੱਕ ਆਰਗੇਨਾਈਜੇਸ਼ਨ ਹੈ ਇੰਡੀਆ HIV AIDS ਅਲਾਇੰਸ ਵੱਲੋਂ, ਇਹ ਜਿਹੜਾ ਕਿ ਐਕਸਕਲੂਸਿਵਲੀ ਵਿਮਨ ਦੇ ਵਾਸਤੇ ਤਿਆਰ ਕੀਤਾ ਗਿਆ ਸੀ, ਕਿ ਜਿਸ ਵਿੱਚ ਕਿ ਇੱਕ ਪਾਲਿਸੀ ਡਰਾਫਟ ਕਰਨੀ ਸੀ ਕਿ ਵਿਮਨ ਡਰੱਗ ਯੂਜ਼ਰਸ ਦੇ ਵਾਸਤੇ ਕਿਸ ਤਰ੍ਹਾਂ ਦੀ ਪਾਲਿਸੀਜ਼, ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਅਵੇਲੇਬਲ ਹੋਣੀਆਂ ਚਾਹੀਦੀਆਂ। ਇੰਟਰਸਟਿੰਗਲੀ ਸਿਵਲ ਹਸਪੀਟਲ ਕਪੂਰਥਲਾ ਪੂਰੇ ਇਸ ਨਾਰਦਰਨ ਰੀਜਨ ਦੇ ਵਿੱਚ ਔਰ ਮੈਨੀ ਸਾਰਕ ਕੰਟਰੀਜ਼
ਕਿਉਂਕਿ ਇਹ ਸਾਰਕ ਕੰਟਰੀਜ਼ ਦਾ ਇੱਕ ਪਾਇਲਟ ਪ੍ਰੋਜੈਕਟ ਸੀਗਾ। ਸੋ ਬਹੁਤ ਸਾਰੇ ਸਾਰਕ ਕੰਟਰੀਜ਼ ਦੇ ਵਿੱਚ ਇੱਕੋ ਇੱਕ ਹਸਪੀਟਲ, ਗਵਰਨਮੈਂਟ ਹਸਪੀਟਲ ਜਿਹੜਾ ਕਪੂਰਥਲਾ ਦਾ ਸੀਗਾ ਕਿ ਜਿਹਦੇ ਵਿੱਚ ਕਿ ਜਿਹੜੀਆਂ WHO ਵੱਲੋਂ ਡਰੱਗ ਯੂਜ਼ਰਸ ਵਾਸਤੇ ਸਰਵਿਸਿਜ਼ ਅਵੇਲੇਬਲ ਹੋਣੀਆਂ ਚਾਹੀਦੀਆਂ, ਉਹ ਸਾਰੀਆਂ ਦੇ ਸਾਰੀਆਂ ਅੰਡਰ ਵਨ ਰੂਫ ਔਰ ਯੂ ਕੈਨ ਸੇ ਇਨਸਾਈਡ ਵਨ ਕੰਪਲੈਕਸ ਅਵੇਲੇਬਲ ਸੀ। ਸੋ ਇਹ ਪਾਇਲਟ ਪ੍ਰੋਜੈਕਟ ਕਪੂਰਥਲਾ ਦੇ ਵਿੱਚ ਆਇਆ, ਜਿਹਦੇ ਵਿੱਚ ਕਿ ਅਸੀਂ ਸਾਨੂੰ ਇਹ ਟਾਰਗੇਟ ਦਿੱਤਾ ਗਿਆ ਕਿ 225 ਫੀਮੇਲਸ ਜਿਹੜੀਆਂ ਕਪੂਰਥਲਾ ਔਰ ਉਸਦੇ ਆਸ-ਪਾਸ ਦੀਆਂ ਕਿ ਜਿਹੜੀਆਂ ਰਜਿਸਟਰ ਕਰਨੀਆਂ ਔਰ ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਉਹਨਾਂ ਦੇ ਨਾਲ ਉਹਨਾਂ ਨੂੰ ਲਿੰਕ ਕਰਨਾ। ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਾਂ ਜਿਹੜੀਆਂ ਸਰਵਿਸਿਜ਼ ਨਾਲ ਲਿੰਕ ਕਰਨਾ, ਉਹਦੇ ਵਿੱਚ ਸਰਵਿਸਿਜ਼ ਵਿੱਚ ਕੀ ਹੈ ਕਿ ਇੱਕ ਤਾਂ ਪੇਸ਼ੈਂਟ ਦਾ ਮੈਡੀਕਲ ਔਰ ਸਰਜੀਕਲ ਚੈੱਕਅਪ, ਪੇਸ਼ੈਂਟ ਦਾ ਗਾਇਨੇਕੋਲੋਜੀਕਲ ਚੈੱਕਅਪ, ਉਹਨਾਂ ਦਾ STD ਸੈਕਸ਼ੂਅਲੀ ਟ੍ਰਾਂਸਮਿਟਡ ਡਿਜ਼ੀਜ਼ ਦਾ ਚੈੱਕਅਪ, ਉਹਨਾਂ ਦਾ ਟਿਊਬਰਕਲੋਸਿਸ ਦਾ ਚੈੱਕਅਪ, ਉਹਨਾਂ ਦਾ ਹੈਪੇਟਾਈਟਿਸ ਦਾ ਚੈੱਕਅਪ, ਉਹਨਾਂ ਦਾ HIV ਦਾ ਚੈੱਕਅਪ। ਔਰ ਇਸ ਤੋਂ ਇਲਾਵਾ ਜਿਹੜੀਆਂ ਵੀ ਗਵਰਨਮੈਂਟ ਦੀਆਂ ਸਕੀਮਸ ਹੈ, ਸੋਸ਼ਲ ਸਰਵਿਸਿਜ਼ ਸਕੀਮਸ ਹੈ, ਚਾਹੇ ਉਹ ਸਟੇਟ ਗਵਰਨਮੈਂਟ ਦੀਆਂ ਚਾਹੇ ਉਹ ਸੈਂਟਰਲ ਗਵਰਨਮੈਂਟ ਦੀਆਂ, ਉਹਨਾਂ ਦੇ ਨਾਲ ਲਿੰਕ ਕਰਨਾ। ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਕਈ ਲੜਕੀਆਂ ਐਸੀਆਂ ਰਜਿਸਟਰ ਕੀਤੀਆਂ ਕਿ ਜਿਨ੍ਹਾਂ ਦੇ ਆਧਾਰ ਕਾਰਡ ਨਹੀਂ ਸੀ ਬਣੇ ਹੋਏ, ਕਿ ਉਹਨਾਂ ਦੇ ਆਧਾਰ ਕਾਰਡ ਬਣਵਾਉਣਾ, ਉਹਨਾਂ ਨੂੰ ਸਖੀ ਵਨ ਸਟਾਪ ਸੈਂਟਰ ਜਿਹੜਾ ਕਿ ਡੈਸਟੀਟਿਊਟ ਵੀਮਨ ਦੇ ਵਾਸਤੇ ਐਸਟੈਬਲਿਸ਼ ਕੀਤਾ ਗਿਆ, ਉਹਦੇ ਨਾਲ ਲਿੰਕ ਕਰਨਾ, ਡੋਮੈਸਟਿਕ ਵਾਇਲੈਂਸ ਦੇ ਕੇਸਿਸ ਆ ਉਹਨਾਂ ਨੂੰ ਸਪੋਰਟ ਕਰਨਾ, ਇਹ ਸਾਰੀਆਂ ਚੀਜ਼ਾਂ ਇਸ ਪ੍ਰੋਜੈਕਟ ਦਾ ਹਿੱਸਾ ਹੈ। ਸੋ ਉਹਦੇ ਵਿੱਚ ਅਸੀਂ ਇਹ 241 ਕਲਾਇੰਟਸ ਜਿਹੜੀਆਂ ਰਜਿਸਟਰ ਕੀਤੀਆਂ ਸੀਗੀਆਂ, ਜਿਨ੍ਹਾਂ ਵਿੱਚ ਕਿ ਜਿਹੜੀ ਹੁਣ ਲੜਕੀ ਦੀ ਤੁਸੀਂ ਵਾਇਰਲ ਵੀਡੀਓ ਦੀ ਗੱਲ ਕਰ ਰਹੇ, ਜਿਹੜੀ ਕਿ ਉਹ ਲੜਕੀ ਵੀ ਉਸ ਚੀਜ਼ ਦਾ ਉਹਦੇ ਵਿੱਚ ਰਜਿਸਟਰਡ ਸੀ। ਇਹ ਸੁਸਾਇਟੀ ਜਿਹੜੀ ਅਲਾਇੰਸ ਇੰਡੀਆ ਵੱਲੋਂ 2 ਸਾਲ ਲਈ ਇਸ ਪ੍ਰੋਜੈਕਟ ਦੀ ਫੰਡਿੰਗ ਕੀਤੀ ਗਈ। 2020 ਦੇ ਵਿੱਚ ਇਸ ਪ੍ਰੋਜੈਕਟ ਦੀ ਫੰਡਿੰਗ ਕਿਉਂਕਿ ਖਤਮ ਹੋ ਗਈ ਔਰ ਪ੍ਰੋਜੈਕਟ ਦਾ ਟਾਈਮ ਓਵਰ ਹੋ ਗਿਆ, ਤਾਂ ਇਹ ਪ੍ਰੋਜੈਕਟ ਜਿਹੜਾ ਇਹ ਬੰਦ ਹੋ ਗਿਆ। ਅਨਫੋਰਚੂਨੇਟਲੀ ਉਸ ਤੋਂ ਬਾਅਦ ਕੋਵਿਡ ਆ ਗਿਆ, ਉਸ ਤੋਂ ਬਾਅਦ ਇਲੈਕਸ਼ਨਸ ਆ ਗਏ, ਉਸ ਤੋਂ ਬਾਅਦ ਕਈ ਕੁਝ ਹੁੰਦਾ ਕਿ ਇਹ ਪ੍ਰੋਜੈਕਟ ਦੁਬਾਰਾ ਸਟਾਰਟ ਨਹੀਂ ਹੋ ਪਾਇਆ। ਔਰ ਉਹਦੇ ਨਾਲ ਇਹ ਹੋਇਆ ਕਿ ਜਿਹੜੀਆਂ ਇਹ ਫੀਮੇਲਸ ਜਿਹੜੀਆਂ ਦੇ ਵਾਸਤੇ ਆਊਟਰੀਚ ਸਟਾਫ ਸਾਡਾ ਕੰਮ ਕਰ ਰਿਹਾ ਸੀ, ਉਹ ਸਾਡੇ ਕੋਲ ਨਾ ਹੋਣ ਕਾਰਨ ਇਹ ਜਿਹੜੀਆਂ ਫੀਮੇਲ ਸੀਗੀਆਂ ਗ੍ਰੈਜੂਅਲੀ ਜਿਹੜੀਆਂ ਡ੍ਰੌਪ ਆਊਟ ਹੁੰਦੀਆਂ ਗਈਆਂ, ਅਨਲਿੰਕਡ ਹੁੰਦੀਆਂ ਗਈਆਂ। ਔਰ ਕਿਉਂਕਿ ਸਾਡੇ ਕੋਲ ਐਕਟਿਵ ਫੋਲੋਅਪ ਦਾ ਕੋਈ ਮੈਕੈਨਿਜ਼ਮ ਅਵੇਲੇਬਲ ਨਹੀਂ ਹੈ, ਔਰ ਇਸ ਕਰਕੇ ਇਹ ਕਾਫੀ ਲੜਕੀਆਂ ਵਿੱਚੋਂ ਡ੍ਰੌਪ ਆਊਟ ਹੋ ਗਈਆਂ। ਕੁਝ ਇੱਕ ਹਜੇ ਸਟਿਲ ਟ੍ਰੀਟਮੈਂਟ ਤੇ ਹੈ, ਰੈਗੂਲਰ ਟ੍ਰੀਟਮੈਂਟ ਲੈ ਵੀ ਰਹੀਆਂ। ਬਟ ਇਸ ਤਰ੍ਹਾਂ ਦੇ ਪ੍ਰੋਜੈਕਟਸ ਹੋਣਾ, ਇਸ ਤਰ੍ਹਾਂ ਦੇ ਪ੍ਰੋਗਰਾਮਸ ਐਸਟੈਬਲਿਸ਼ ਹੋਣਾ, ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਟੇਲਰ ਮੇਡ ਫॉर ਦੈਟ ਪਾਰਟਿਕੂਲਰ ਕਮਿਊਨਿਟੀ, ਉਹ ਹੋਣੇ ਜ਼ਰੂਰੀ ਹੈ। ਉਹਨਾਂ ਵਿੱਚੋਂ ਇੱਕ ਇਹ ਵੀ ਹੈ ਕਿ ਆਊਟਰੀਚ ਸਰਵਿਸਿਜ਼ ਇਸ ਤਰ੍ਹਾਂ ਦੇ ਪ੍ਰੋਵਾਈਡ ਕਰਨੀਆਂ ਤਾਂ ਕਿ ਇਸ ਹਿਡਨ ਕਮਿਊਨਿਟੀਜ਼ ਜਿਹੜੀਆਂ ਇਹ ਆ ਕੇ ਲਿੰਕ ਅਪ ਹੋ ਸਕਣ। ਜੀ ਡਾਕਟਰ ਸਾਹਿਬ, ਇਸ ਜਿਹੜਾ ਪ੍ਰੋਗਰਾਮ ਜਿਹਦੇ ਵਿੱਚ ਤੁਸੀਂ ਮਤਲਬ ਕਾਫੀ ਮੈਨੂੰ ਏਦਾਂ ਲੱਗ ਰਿਹਾ ਕਿ ਪੋਜ਼ਿਟਿਵ ਆਊਟਕਮ ਆਈਆਂ ਕਿ ਉਹ ਔਰਤਾਂ ਤੱਕ ਵੀ ਪਹੁੰਚ ਕੀਤੀ ਗਈ, ਉਹ ਐਨਰੋਲ ਹੋਈਆਂ। ਆਪਾਂ ਉਹਨਾਂ ਚੋਂ ਕਿੰਨਿਆਂ ਤੇ ਕੀ ਫਰਕ ਪਿਆ, ਕਿਵੇਂ ਉਹਨਾਂ ਦੇ ਪੋਜ਼ਿਟਿਵ ਆਊਟਕਮਸ ਆਏ, ਉਹਨਾਂ ਤੇ ਵੀ ਆਪਾਂ ਬਾਅਦ ਚਾਹੁੰਦੇ ਹਾਂ। ਮੈਂ ਇੱਥੇ ਜਾਣਨਾ ਚਾਹੁੰਦੀ ਹਾਂ ਕਿਉਂਕਿ ਫੰਡਿੰਗ ਬੰਦ ਹੋ ਗਈ, 2 ਸਾਲ ਦਾ ਪ੍ਰੋਜੈਕਟ ਸੀ, ਉਸ ਤੋਂ ਬਾਅਦ ਤੇ ਮਹਿਲਾਵਾਂ ਡੀਲਿੰਕ ਹੋ ਗਈਆਂ। ਕੀ ਹੁਣ ਅਗਰ ਇਹਦੀ ਫੰਡਿੰਗ ਸ਼ੁਰੂ ਕਰ ਦਿੱਤੀ ਜਾਵੇ ਫਰੋਮ ਦ ਸਟੇਟ ਗਵਰਨਮੈਂਟ ਔਰ ਫਰੋਮ ਦ ਸੈਂਟਰ ਗਵਰਨਮੈਂਟ, ਕੀ ਲੱਗਦਾ ਤੁਹਾਨੂੰ ਕੀ ਡਿਪਾਰਟਮੈਂਟ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਸਰਕਾਰ ਅੱਗੇ, ਜਾਂ ਕੀ ਇਹਦੇ ਤੇ ਤੁਹਾਡਾ ਟੇਕ ਹੈਗਾ ਸਰ? ਇਹਦੇ ਤੇ ਮੈਂ ਕਹਿਣਾ ਚਾਹਾਂਗਾ ਕਿ ਮੈਨੂੰ ਕੋਈ ਆਲਮੋਸਟ 16 ਕੁ ਸਾਲ ਹੋ ਗਏ, ਇਸ ਤੋਂ ਥੋੜਾ ਜਿਹਾ ਜ਼ਿਆਦਾ ਹੀ ਟਾਈਮ ਹੋ ਗਿਆ ਡੀ ਐਡਿਕਸ਼ਨ ਦੇ ਫੀਲਡ 'ਚ ਕੰਮ ਕਰਦੇ ਆ। ਮੈਂ ਕਦੇ ਵੀ ਇਹ ਨਹੀਂ ਦੇਖਿਆ ਕਿ ਕਿਸੇ ਵੀ ਗਵਰਨਮੈਂਟ ਵੱਲੋਂ, ਕਿਸੇ ਵੀ ਆਰਗੇਨਾਈਜੇਸ਼ਨ ਵੱਲੋਂ ਇਹਨਾਂ ਪ੍ਰੋਜੈਕਟਸ ਤੇ ਕੰਮ ਕਰਨ ਲਈ ਕਿਸੇ ਚੀਜ਼ ਦੀ ਕੋਈ ਕਿਸੇ ਤਰ੍ਹਾਂ ਦੀ ਅੜਚਨ ਪੈਦਾ ਕੀਤੀ ਗਈ ਹੋਈ, ਜਾਂ ਇਸ ਚੀਜ਼ ਕੋਈ ਜਿਹਨੂੰ ਕਹਿੰਦੇ ਨਾ ਨੁੱਕਰ ਕੀਤੀ ਗਈ ਹੋਵੇ। ਸਿਰਫ ਇਹ ਹੈ ਕਿ ਇੱਕ ਵਾਰੀ ਥੋੜਾ ਕਨਸੈਪਟ ਸਮਝਣਾ, ਉਸ ਤੇ ਬ੍ਰੇਨਸਟੋਰਮਿੰਗ ਕਰਨਾ ਔਰ ਉਸ ਪ੍ਰੋਗਰਾਮ ਨੂੰ ਇੰਪਲੀਮੈਂਟ ਕਰਨਾ, ਉਹਦੇ ਵਿੱਚ ਕਈ ਵਾਰੀ ਥੋੜਾ ਟਾਈਮ ਲੱਗਦਾ। ਜਿਸ ਤਰ੍ਹਾਂ ਮੈਂ ਦੱਸਿਆ ਕਿ ਕਿਉਂਕਿ ਕੋਵਿਡ ਦਾ ਜਦੋਂ ਇਹ ਪ੍ਰੋਜੈਕਟ ਬੰਦ ਹੋਇਆ, ਉਸ ਟਾਈਮ ਤੇ ਕੋਵਿਡ ਕਾਫੀ ਪੀਕ ਤੇ ਸੀ, ਉਸ ਕਰਕੇ ਇਹਨੂੰ ਅੱਗੇ ਫਰਦਰ ਲਿਜਾਇਆ ਨਹੀਂ ਜਾ ਸਕਿਆ। ਫਿਰ ਉਸ ਤੋਂ ਬਾਅਦ ਕੋਡ ਆਫ ਕੰਡਕਟ ਆਨ ਕਰਕੇ, ਫਿਰ ਉਸ ਤੋਂ ਬਾਅਦ ਕੁਛ ਇੱਕ ਹੋਰ ਟੈਕਨੀਕਲ ਇਸ਼ੂਜ਼ ਕਰਕੇ ਇਹ ਪ੍ਰੋਜੈਕਟ ਅੱਗੇ ਫਰਦਰ ਜਿਹੜਾ ਉਹ ਚੱਲ ਨਹੀਂ ਪਾਇਆ। ਬਟ ਆਈ ਐਮ ਸ਼ੋਰ ਕਿ ਜਿਸ ਤਰ੍ਹਾਂ ਹੀ ਕਮਿਊਨੀਕੇਸ਼ਨ ਫਰਦਰ ਅੱਗੇ ਚੱਲੇਗੀ ਔਰ ਗਵਰਨਮੈਂਟ ਲੈਵਲ ਤੇ ਇਸ ਤੇ ਡਿਸਕਸ਼ਨ ਹੋਏਗੀ, ਤਾਂ ਡੈਫੀਨੇਟਲੀ, ਕਿਉਂਕਿ ਇੱਕ ਬੜਾ ਮੈਸਿਵ ਪ੍ਰੋਗਰਾਮ ਹੈ, ਬੜਾ ਮੈਸਿਵ ਪ੍ਰੋਜੈਕਟ ਹੈ ਔਰ ਬੜਾ ਬੈਨੀਫਿਸ਼ੀਅਲ ਔਰ ਬੜਾ ਕਾਸਟ ਇਫੈਕਟਿਵ
ਪ੍ਰੋਗਰਾਮ ਹੈ ਕਿ ਜਿਸ ਤੋਂ ਬਹੁਤ ਜ਼ਿਆਦਾ ਫਾਇਦਾ ਲਿੱਤਾ ਜਾ ਸਕਦਾ ਹੈ। ਔਰ ਕਿਉਂਕਿ ਫੀਮੇਲ ਜਦੋਂ ਇੱਕ ਕੋਈ ਡਰੱਗ ਯੂਜ਼ਰ ਬਣਦੀ ਹੈ ਤਾਂ ਉਹਦਾ ਮਤਲਬ ਹੁੰਦਾ ਕਿ ਪੂਰੀ ਦੀ ਪੂਰੀ ਫੈਮਿਲੀ ਜਾਂ ਉਸ ਏਰੀਆ ਦੀ ਪੂਰੀ ਕਮਿਊਨਿਟੀ ਜਿਹੜੀ ਹੈ ਉਹ ਸਪੋਇਲ ਹੋ ਗਈ। ਸੋ ਇਸ ਵਾਸਤੇ ਇਹ ਬਹੁਤ ਜ਼ਿਆਦਾ ਇੱਕ ਬੈਨੀਫੀਸ਼ੀਅਲ ਪ੍ਰੋਜੈਕਟ ਹੈ ਔਰ ਡੈਫੀਨੇਟਲੀ ਅਸੀਂ ਇਸ ਦੇ ਤੇ ਕੰਮ ਕਰਾਂਗੇ ਔਰ ਡੈਫੀਨੇਟਲੀ ਇਸ ਪ੍ਰੋਗਰਾਮ ਨੂੰ ਦੁਬਾਰਾ ਰੀਸਟਾਰਟ ਕੀਤਾ ਜਾਏਗਾ। ਜਦੋਂ ਵੀਡੀਓ ਤੁਹਾਡੇ ਸਾਹਮਣੇ ਆਈ ਸਰ ਤਾਂ ਫਿਰ ਤੁਹਾਡੀ ਐਜ਼ ਏ, ਕਿਉਂਕਿ ਤੁਸੀਂ ਦਹਾਕਿਆਂ ਤੋਂ ਆਲਮੋਸਟ 2 ਦਹਾਕਿਆਂ ਦਾ ਸਮਾਂ ਤੋਂ ਤੁਸੀਂ ਕਹਿ ਦਿੱਤਾ ਕਿ ਇੰਨਾ ਸਮਾਂ ਤੁਹਾਨੂੰ ਹੋਣ ਲੱਗਾ, ਤੁਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹੋ, ਤੁਸੀਂ ਆਪਣੀਆਂ ਐਫਰਟਸ ਪਾਈਆਂ, ਤੁਹਾਨੂੰ ਕਿਵੇਂ ਮਹਿਸੂਸ ਹੋਇਆ ਜਦੋਂ ਐਵੇਂ ਬੱਚਿਆਂ ਦੀਆਂ ਵੀਡੀਓਜ਼, ਲੋਕਾਂ ਦੀਆਂ ਵੀਡੀਓਜ਼ ਨਸ਼ੇ ਦੇ ਵਿੱਚ ਉਹਨਾਂ ਦੀ ਆਲਮੋਸਟ ਅਨਕੌਂਸ਼ੀਅਸ ਵਾਲੀ ਸਟੇਟ ਹੁੰਦੀ ਹੈ, ਉਹ ਵੀਡੀਓਜ਼ ਦੇਖ ਕੇ ਤੁਹਾਨੂੰ ਐਜ਼ ਏ ਐਕਸਪਰਟ ਕੀ ਫੀਲ ਹੁੰਦਾ? ਦੇਖੋ ਇਸ ਤਰ੍ਹਾਂ ਕਿ ਇਹੋ ਜਿਹੀਆਂ ਵੀਡੀਓਜ਼ ਦੇਖ ਕੇ, ਇਹੋ ਜਿਹੀਆਂ ਚੀਜ਼ਾਂ ਦੇਖ ਕੇ ਬਹੁਤ ਦੁੱਖ ਲੱਗਦਾ ਕਿ ਹਰ ਇੱਕ ਵਿਅਕਤੀ, ਹਰ ਇੱਕ ਆਰਗੇਨਾਈਜੇਸ਼ਨ, NGOs, ਗਵਰਨਮੈਂਟ ਆਰਗੇਨਾਈਜੇਸ਼ਨ, ਹਰੇਕ ਵਿਅਕਤੀ ਇਸ ਚੀਜ਼ ਤੇ ਆਪਣੇ ਆਪਣੇ ਲੈਵਲ ਤੇ ਔਰ ਆਪਣੀ ਆਪਣੀ ਸੂਝ-ਬੂਝ ਮੁਤਾਬਕ ਕੰਮ ਕਰ ਰਿਹਾ ਹੈ। ਕਿ ਅੱਜ ਦੀ ਡੇਟ 'ਚ ਵੀ ਅਸੀਂ ਦੇਖੀਏ ਕਿ ਬਹੁਤ ਜਗ੍ਹਾ ਤੇ ਸੈਮੀਨਾਰ ਲੱਗਦੇ ਆ, ਅਵੇਅਰਨੈਸ ਕੈਂਪਸ ਲੱਗਦੇ ਆ, ਸਕੂਲਾਂ ਵਿੱਚ, ਕਾਲਜਿਸ ਵਿੱਚ, ਸਭ ਜਗ੍ਹਾ ਤੇ ਕੰਮ ਹੁੰਦਾ ਪਿਆ। ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਤਾਂ ਥੋੜਾ ਜਿਹਾ ਦੁੱਖ ਹੁੰਦਾ ਕਿ ਆਪਣੇ ਵੱਲੋਂ ਅਸੀਂ ਬਹੁਤ ਜ਼ਿਆਦਾ ਐਫਰਟ ਕਰ ਰਹੇ ਹਾਂ, ਬਹੁਤ ਜ਼ਿਆਦਾ ਇਨਪੁਟ ਦੇ ਰਹੇ ਹਾਂ, ਬਟ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦੀ ਕਮੀ ਜ਼ਰੂਰ ਹੈ ਕਿ ਜਿਹੜੇ ਉਹ ਲੈਕੂਨੇ ਆ ਉਹਨਾਂ ਨੂੰ ਫਿਲ ਕਰਨਾ, ਉਹਨਾਂ ਨੂੰ ਠੀਕ ਕਰਨਾ ਉਹ ਬਹੁਤ ਜ਼ਰੂਰੀ ਹੈ। ਔਰ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਕੇ ਇੱਕ ਚੀਜ਼ ਉਹਦਾ ਪੋਜ਼ਿਟਿਵ ਐਸਪੈਕਟ ਨਜ਼ਰ ਆਉਂਦਾ ਕਿ ਸ਼ਾਇਦ ਇਹ ਚੀਜ਼ਾਂ ਤੋਂ ਜਿਹੜੇ ਮੋਟੀਵੇਸ਼ਨ ਵੀ ਮਿਲੇ ਲੋਕਾਂ ਨੂੰ, ਸੁਸਾਇਟੀਜ਼ ਨੂੰ, NGOs ਨੂੰ, ਕਿ ਇਹਨਾਂ ਦੇ ਵਾਸਤੇ ਵੀ ਪ੍ਰੋਗਰਾਮਸ ਕਰਨੇ, ਪ੍ਰੋਜੈਕਟਸ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿੰਨੇ ਕਿ ਨੌਜਵਾਨਾਂ ਲਈ, ਲੜਕੀਆਂ ਲਈ, ਉਹਨਾਂ ਦੇ ਵਾਸਤੇ, ਇਹਨਾਂ ਦੇ ਇਸ ਪੋਪੂਲੇਸ਼ਨ ਦੇ ਵਾਸਤੇ ਵੀ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੀ। ਹਾਂਜੀ, ਵੈਸੇ ਇੱਕ ਟ੍ਰੈਂਡ ਆਪਣੇ ਹੈਗਾ ਹੈ ਜੀ ਕਿ ਵੀਡੀਓਜ਼ ਬਹੁਤ ਜਲਦੀ ਵਾਇਰਲ ਹੋ ਜਾਂਦੀਆਂ ਨੇ, ਚਿਹਰੇ ਵੀ ਬਲਰ ਨਹੀਂ ਕੀਤੇ ਜਾਂਦੇ। ਹੁਣ ਤੁਸੀਂ, ਮੈਂ ਇੱਕ ਸ਼ਬਦ ਨਸ਼ੇੜੀ ਵਰਤਿਆ ਕਿਉਂਕਿ ਡਰੱਗ ਯੂਜ਼ਰਸ ਦਾ ਪੰਜਾਬੀ 'ਚ ਅਨੁਵਾਦ ਕਰੀਏ ਤਾਂ ਸਾਡੀ ਅਖਬਾਰਾਂ ਵਾਲੀ ਭਾਸ਼ਾ ਦੇ ਵਿੱਚ ਨਸ਼ੇੜੀ ਆਉਂਦਾ ਹੈ ਜੀ। ਸੋ ਇਹਨਾਂ ਦੇ ਲਈ ਅੱਗੇ ਦੀ ਜ਼ਿੰਦਗੀ, ਜਦੋਂ ਰੀਹੈਬਲੀਟੇਸ਼ਨ ਤੋਂ ਬਾਅਦ ਆਪਣਾ ਜ਼ਿੰਦਗੀ ਜੀਣਗੇ ਤਾਂ ਉਹਨਾਂ ਦੀਆਂ ਉਹ ਵੀਡੀਓ ਜਿਹੜੀਆਂ ਇੰਟਰਨੈਟ ਦੀ ਦੁਨੀਆ ਇੱਥੋਂ ਜਾਣਗੀਆਂ ਨਹੀਂ। ਸੋ ਇੱਥੇ ਵੀ ਲੱਗਦਾ ਤੁਹਾਨੂੰ ਕਿ ਵੀਡੀਓਜ਼ ਵਾਇਰਲ ਨਹੀਂ ਕਰਨੀਆਂ ਚਾਹੀਦੀਆਂ, ਰਾਦਰ ਇਹਦਾ ਇੱਕ ਮੈਕੈਨਿਜ਼ਮ ਸਰਕਾਰ ਵੱਲੋਂ ਜਾਂ ਮਹਿਕਮਿਆਂ ਵੱਲੋਂ, ਸੰਬੰਧਿਤ ਮਹਿਕਮਿਆਂ ਵੱਲੋਂ ਹੋਣਾ ਚਾਹੀਦਾ ਜਿੱਥੇ ਰਿਪੋਰਟ ਕੀਤੀਆਂ ਜਾ ਸਕਣ ਕਿ ਇਹਨਾਂ ਦੀ ਜਾਂਚ ਪੜਤਾਲ ਕੀਤੀ ਜਾਵੇ। ਕੁਝ ਕਹਿਣਾ ਚਾਹੋਗੇ ਸਰ? ਜੀ, ਇਹਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਆਇਡੈਂਟੀਟੀ ਰਿਵੀਲ ਕਰਨਾ ਕਿਸੇ ਵੀ ਵਿਅਕਤੀ ਦੀ, ਚਾਹੇ ਉਹ ਨਾਮ ਲੈ ਕੇ ਹੈ, ਚਾਹੇ ਉਹਦੇ ਗਲੀ ਮਹੱਲੇ ਦਾ ਬਾਰੇ ਦੱਸ ਕੇ, ਜਾਂ ਉਹਦੇ ਪੇਰੈਂਟਸ ਬਾਰੇ ਦੱਸ ਕੇ, ਜਾਂ ਉਹਨਾਂ ਦੇ ਫੇਸਿਸ ਜਿਹੜੇ ਉਹ ਰਿਵੀਲ ਕਰਕੇ, ਇਹ ਟ੍ਰੈਂਡ ਜਿਹੜਾ ਇਹ ਖਤਮ ਹੋਣਾ ਚਾਹੀਦਾ ਹੈ। ਕਿ ਅਸੀਂ ਅੱਜ ਦੀ ਡੇਟ 'ਚ ਕਿਸੇ ਇੱਕ ਵਿਅਕਤੀ ਨੂੰ ਕਹਿ ਦਿੰਦੇ ਹਾਂ ਕਿ ਉਹ ਨਸ਼ੇੜੀ ਹੈ, ਬਹੁਤ ਨਸ਼ਾ ਕਰਦਾ ਜੀ, ਤਾਂ ਉਹਦਾ ਵੀਡੀਓ ਅਸੀਂ ਜਾਂ ਉਹਦੀ ਫੋਟੋ ਖਿੱਚ ਕੇ ਤਾਂ ਅਸੀਂ ਅਪਲੋਡ ਕਰ ਦਿੰਦੇ ਹਾਂ, ਕਿਤੇ ਵੀ ਚਲੇ ਜਾਂਦੇ। ਉਹੀ ਵਿਅਕਤੀ ਕੱਲ ਨੂੰ ਠੀਕ ਹੋ ਜਾਂਦਾ ਹੈ, ਬਿਲਕੁਲ ਪੂਰੀ ਤਰ੍ਹਾਂ ਨਾਲ ਤੰਦਰੁਸਤ ਹੋ ਜਾਂਦਾ ਹੈ, ਪੜ੍ਹਾਈ ਲਿਖਾਈ ਕਰਦਾ ਹੈ, ਆਪਣਾ ਵਧੀਆ ਜੌਬ ਕਰ ਲੈਂਦਾ, ਬਟ ਉਹਦਾ ਕਿਤੇ ਨਾ ਕਿਤੇ ਉਹ ਜਿਹੜਾ ਫੋਟੋ ਸੀ ਜਾਂ ਉਹਦਾ ਫੇਸ ਸੀ ਉਹ ਕਿਤੇ ਨਾ ਕਿਤੇ ਅਪਲੋਡ ਹੋਇਆ ਔਰ ਇੰਟਰਨੈਟ ਤੇ ਗੂਗਲ ਨੇ ਕਿਤੇ ਨਾ ਕਿਤੇ ਲੱਭ ਕੇ ਉਹ ਸਾਹਮਣੇ ਦਿਖਾ ਦੇਣਾ। ਸੋ ਆਉਣ ਵਾਲੀ ਲਾਈਫ ਉਹਦੇ ਵਾਸਤੇ ਬਹੁਤ ਜ਼ਿਆਦਾ ਭਾਰੀ ਹੋ ਜਾਂਦੀ ਹੈ। ਸੋ ਇਹ ਚੀਜ਼ਾਂ ਅਵੋਇਡ ਕਰਨਾ ਐਜ਼ ਪਰ ਲਾਅ ਵੀ ਬਹੁਤ ਜ਼ਰੂਰੀ ਹੈ ਕਿ ਕਿਸੇ ਦੀ ਆਇਡੈਂਟੀਟੀ ਰਿਵੀਲ ਨਹੀਂ ਹੋਣੀ ਚਾਹੀਦੀ। ਸੋ ਇਹਨਾਂ ਚੀਜ਼ਾਂ ਤੇ ਸਾਨੂੰ ਬਹੁਤ ਧਿਆਨ ਦੇਣ ਦੀ ਲੋੜ ਹੈ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਕਿ ਸੁਸਾਇਟੀ ਦਾ ਸਪੋਰਟ ਹਰ ਇੱਕ ਲੈਵਲ ਤੇ ਜ਼ਰੂਰੀ ਹੈ। ਉਹਨਾਂ ਵਿੱਚ ਇੱਕ ਇਹ ਵੀ ਚੀਜ਼ ਹੈ ਕਿ ਸੁਸਾਇਟੀ ਬਜਾਏ ਇਸ ਦੇ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਨੈਗੇਟਿਵ ਵੇ ਨਾਲ ਪ੍ਰੈਜ਼ੈਂਟ ਕਰੀਏ, ਨੈਗੇਟਿਵ ਵੇ ਨਾਲ ਇਹਨਾਂ ਨੂੰ ਪ੍ਰੋਜੈਕਟ ਕਰੀਏ, ਇਹਨਾਂ ਨੂੰ ਜਿੱਥੇ ਕਿ ਸਰਵਿਸਿਜ਼ ਅਵੇਲੇਬਲ ਹੋ ਸਕਦੀਆਂ, ਜਿੱਥੇ ਕਿ ਸਰਵਿਸਿਜ਼ ਅਵੇਲੇਬਲ ਕਰਾਈਆਂ ਜਾ ਸਕਦੀਆਂ, ਇਹਨਾਂ ਨੂੰ ਉਸ ਪ੍ਰੋਗਰਾਮਸ ਦੇ ਨਾਲ ਲਿੰਕ ਕੀਤਾ ਜਾਵੇ। ਇਹਨਾਂ ਲੋਕਾਂ ਨੂੰ ਕਿ ਜਿੱਥੇ ਵੀ ਤੁਹਾਨੂੰ ਐਸਾ ਕੋਈ ਵਿਅਕਤੀ ਮਿਲ ਜਾਂਦਾ ਹੈ, ਮੈਂ ਸਿਰਫ ਡਰੱਗਸ ਦੀ ਗੱਲ ਨਹੀਂ ਕਰ ਰਿਹਾ, ਮੈਂ ਹੋਰ ਬਿਮਾਰੀਆਂ ਦੀ, ਹੋਰ ਪ੍ਰੋਬਲਮਸ ਦੀ ਵੀ ਗੱਲ ਕਰ ਰਿਹਾ, ਕਿ ਉਹਨਾਂ ਨੂੰ ਇਨ ਜਿਹੜੀਆਂ ਆਰਗੇਨਾਈਜੇਸ਼ਨ, ਜਿਹੜੀਆਂ ਪ੍ਰੋਗਰਾਮਸ ਚੱਲ ਰਹੇ ਹੈ, ਉਹਨਾਂ ਦੇ ਨਾਲ ਲਿੰਕ ਕਰਵਾਇਆ ਜਾਵੇ। ਜੀ ਜੀ ਸਰ, ਤੁਹਾਡੀ ਗੱਲਬਾਤ 'ਚੋਂ ਇੱਕ ਚੀਜ਼ ਬਹੁਤ ਕਲੀਅਰ ਹੋਈ ਕਿ ਜਿਹੜੀ ਹਿਡਨ ਪੋਪੂਲੇਸ਼ਨ ਆ ਉਹਦੇ ਤੱਕ ਪਹੁੰਚਣਾ ਬਹੁਤ ਮੁਸ਼ਕਿਲ ਹੈ। ਪਰ ਪੰਜਾਬ ਦੇ ਵਿੱਚ ਇੱਕ ਸਮਾਜਿਕ ਲੈਵਲ ਤੇ ਵੀ ਔਰ ਪੋਲੀਟੀਕਲ ਲੈਵਲ ਤੇ ਵੀ ਇੱਕ ਨੈਰੇਟਿਵ ਜਿਹੜਾ ਹੈਗਾ ਕਿ ਪੰਜਾਬ 'ਚ ਨੌਜਵਾਨੀ ਨਸ਼ੇ ਤੇ ਲੱਗ ਚੁੱਕੀ ਹੈ। ਤੁਸੀਂ ਨਸ਼ੇ ਦੇ ਵਿੱਚ ਨੌਜਵਾਨੀ ਦਾ ਜਾਂ ਨੌਜਵਾਨੀ ਤੋਂ ਉੱਪਰ ਦੀ ਉਮਰ ਦੇ ਲੋਕਾਂ ਦਾ ਵੀ ਇੰਡਲਜ ਹੋਣਾ, ਇਸ ਪੂਰੇ ਫੈਨੋਮੀਨਾ ਨੂੰ ਕਿਸ ਲੈਵਲ ਤੱਕ ਦੇਖਦੇ ਹੋ? ਤੁਸੀਂ ਕੀ ਗ੍ਰੇਡਿੰਗ ਕੀਤੀ ਹੈ?
ਇੱਕ ਚੀਜ਼ ਅਸੀਂ ਦੇਖੀਏ ਕਿ ਮੈਂ ਕੋਈ ਆਪਣੇ ਕੋਲੋਂ ਜਾਂ ਆਪਣੇ ਮਨ ਦੀ ਗੱਲ ਨਹੀਂ ਕਰ ਰਿਹਾ, ਮੈਂ ਸਰਵੇਸ ਦੀ ਗੱਲ ਕਰ ਰਿਹਾ ਕਿ ਸਰਵੇਸ ਜੋ 2019 ਚ ਸਰਵੇ ਹੋਇਆ, ਨੈਸ਼ਨਲ ਲੈਵਲ ਦਾ ਸਰਵੇ ਹੋਇਆ, ਆਲ ਇੰਡੀਆ ਇੰਸਟੀਚਿਊਟ ਨੇ ਕੰਡਕਟ ਕੀਤਾ, ਉਹਦੇ ਵਿੱਚ ਇਹ ਤਾਂ ਜ਼ਰੂਰ ਨਿਕਲ ਕੇ ਸਾਹਮਣੇ ਆਇਆ ਕਿ ਡਰੱਗ ਯੂਜ਼ਰਸ ਜਾਂ ਹੋਰ ਜਿਹੜੇ ਵੀ ਨਸ਼ੇ ਕੁਝ ਜਿੰਨੇ ਕੁ ਵੀ ਪ੍ਰਚਲਿਤ ਹੈ ਉਹਨਾਂ ਨੂੰ ਯੂਜ਼ ਕਰਨ ਵਾਲੇ ਪੰਜਾਬ ਵਿੱਚ ਕਾਫੀ ਲੋਕ ਹੈ। ਇੱਕ ਚੀਜ਼ ਜਿਹੜੀ ਉਹਦੇ 'ਚ ਜੋ ਮੈਨੂੰ ਲੈਕਿੰਗ ਲੱਗਦਾ, ਤੁਸੀਂ ਉੜਤਾ ਪੰਜਾਬ ਦੀ ਗੱਲ ਕੀਤੀ, ਉੜਤਾ ਪੰਜਾਬ ਦੇ ਮੈਂ ਬਹੁਤ ਵਾਰੀ ਸਟੇਜ ਤੋਂ ਇਹ ਚੀਜ਼ ਕਹਿੰਦਾ ਹੁੰਦਾ ਕਿ ਉਹਦੇ ਵਿੱਚ ਜਿਹੜੀਆਂ ਸਰਵਿਸਿਜ਼ ਅਵੇਲੇਬਲ ਹੈ ਗਵਰਨਮੈਂਟ ਸੈਕਟਰ ਦੇ ਵਿੱਚ ਸਪੈਸ਼ਲੀ, ਕਿ ਉਹਨਾਂ ਸਰਵਿਸਿਜ਼ ਨੂੰ ਪ੍ਰੋਜੈਕਟ ਜਿਹੜਾ ਠੀਕ ਤਰ੍ਹਾਂ ਨਹੀਂ ਕੀਤਾ ਗਿਆ, ਕਿ ਇੱਕ ਛੋਟਾ ਬੱਚਾ ਜਿਹੜਾ ਡੀ ਐਡਿਕਸ਼ਨ ਸੈਂਟਰ ਚ ਵਿੱਚ ਐਡਮਿਟ ਕਰ ਲਿੱਤਾ ਜਾਂਦਾ ਔਰ ਇਕੱਲੇ ਉਹਨੂੰ ਕਮਰੇ 'ਚ ਬਿਠਾ ਦਿੱਤਾ ਜਾਂਦਾ। ਪਹਿਲੀ ਚੀਜ਼ ਤਾਂ ਇਹ ਕਿ 18 ਸਾਲ ਤੋਂ ਘੱਟ ਦੇ ਬੱਚੇ ਨੂੰ ਅਸੀਂ ਐਡਮਿਟ ਨਹੀਂ ਕਰੀਦਾ ਡੀ ਐਡਿਕਸ਼ਨ ਸੈਂਟਰ ਦੇ ਵਿੱਚ। ਦੂਸਰਾ ਕਿ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਬੱਚਾ ਕੋਈ ਐਡਮਿਟ ਹੁੰਦਾ ਤਾਂ ਵਿਦ ਅਟੈਂਡੈਂਟਸ ਰਹਿੰਦਾ ਹੈ। ਤੀਸਰੀ ਚੀਜ਼ ਕਿ ਇਸ ਤਰ੍ਹਾਂ ਨਹੀਂ ਹੁੰਦਾ ਕਿ ਸਿਰਫ ਇੱਕ ਸਟਾਫ ਮੈਂਬਰ ਉੱਥੇ ਡਿਊਟੀ ਤੇ ਹੈ ਜਾਂ ਪੁਲਿਸ ਵਾਲਾ ਕੋਈ ਮੁਲਾਜ਼ਮ ਡਿਊਟੀ ਤੇ ਹੈ। ਡੀ ਐਡਿਕਸ਼ਨ ਸੈਂਟਰਸ ਪੰਜਾਬ ਵਿੱਚ ਖਾਸ ਤੌਰ ਤੇ ਇਸ ਤਰ੍ਹਾਂ ਦੇ ਬਣੇ ਹੋਏ ਆ ਕਿ ਜਿੱਥੇ ਕਿ ਸਟਾਫ ਨਰਸਿਸ, ਕਾਉਂਸਲਰਸ, ਵਾਰਡ ਅਟੈਂਡੈਂਟਸ, ਇਹ ਸਾਰਾ ਦਾ ਸਾਰਾ ਸਟਾਫ ਜਿਹੜਾ ਅਵੇਲੇਬਲ ਕਰਾਇਆ ਗਿਆ ਹੈ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਕਦੀ ਅਰਾਈਜ਼ ਹੋ ਨਹੀਂ ਸਕਦੀ ਕਿ ਜਿਸ ਤਰ੍ਹਾਂ ਦੀ ਉਹ ਮੂਵੀ ਦੇ ਵਿੱਚ ਦਿਖਾਈ ਗਈ ਹੈ। ਦੂਸਰੀ ਚੀਜ਼ ਕਿ ਜਿਹੜਾ ਡਰੱਗ ਯੂਜ਼ਰ ਪੋਪੂਲੇਸ਼ਨ ਦੀ ਅਸੀਂ ਗੱਲ ਕਰ ਰਹੇ ਹਾਂ ਕਿ ਨੋ ਡਾਊਟ ਕਿ ਡਰੱਗ ਯੂਜ਼ਿੰਗ ਪੋਪੂਲੇਸ਼ਨ ਕਾਫੀ ਜ਼ਿਆਦਾ ਹੈ ਪੰਜਾਬ ਦੇ ਵਿੱਚ, ਪਰ ਮੈਨੂੰ ਜੋ ਲੱਗਦਾ ਹੈ ਕਿ ਅਸੀਂ ਇਸ ਚੀਜ਼ ਤੇ ਫੋਕਸ ਜ਼ਿਆਦਾ ਰੱਖੀਏ, ਇਸ ਚੀਜ਼ ਨੂੰ ਪ੍ਰੋਜੈਕਟ ਜ਼ਿਆਦਾ ਕਰੀਏ ਕਿ ਸਰਵਿਸਿਜ਼ ਜਿਹੜੀਆਂ ਅਵੇਲੇਬਲ ਕਰਾਈਆਂ ਗਈਆਂ ਸਟੇਟ ਦੇ ਵਿੱਚ, ਨਾ ਕੇਵਲ ਸਰਕਾਰੀ ਤੌਰ ਤੇ ਪ੍ਰਾਈਵੇਟ ਸੈਂਟਰਸ, ਉਹਨਾਂ ਦੇ ਵਿੱਚ ਵੀ ਇੰਨੀਆਂ ਜ਼ਿਆਦਾ ਸਰਵਿਸਿਜ਼, ਇੰਨੀਆਂ ਹਾਈ ਲੈਵਲ ਤੇ ਸਰਵਿਸਿਜ਼, ਇੰਨੀਆਂ ਮੈਸਿਵ ਸਕੇਲ ਤੇ ਸਰਵਿਸਿਜ਼ ਜਿਹੜੀਆਂ ਅਵੇਲੇਬਲ ਹੈ, ਅਸੀਂ ਉਹਨਾਂ ਨੂੰ ਜਿਹੜੇ ਡਰੱਗ ਯੂਜ਼ਰ ਪੋਪੂਲੇਸ਼ਨ ਚਾਹੇ ਜ਼ਿਆਦਾ ਹੈ ਪਰ ਉਹਨਾਂ ਦੀ ਪ੍ਰੋਪੋਰਸ਼ਨ 'ਚ ਸਰਵਿਸਿਜ਼ ਵੀ ਉਨੀਆਂ ਹੀ ਹੈ ਸਾਡੇ ਕੋਲ। ਸੋ ਉਹਨਾਂ ਦੇ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਸ ਚੀਜ਼ ਤੋਂ ਜਿਹੜੀ ਇਹ ਚੀਜ਼ ਜਿਹੜਾ ਨੈਗੇਟਿਵ ਐਸਪੈਕਟ ਲੈ ਕੇ ਅਸੀਂ ਚੱਲਦੇ ਹਾਂ ਕਿ ਨਸ਼ਾ ਕਰਨ ਵਾਲੇ ਵਿਅਕਤੀ ਬਹੁਤ ਜ਼ਿਆਦਾ ਹੈ, ਉਸ ਚੀਜ਼ ਨੂੰ ਹੋਰ ਘਟਾਇਆ ਜਾ ਸਕੇ, ਉਹਨੂੰ ਹੋਰ ਜਿਹੜਾ ਨੀਚੇ ਨੂੰ ਲੈ ਕੇ ਆਇਆ ਜਾ ਸਕੇ। ਜੀ 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 ਤੁਹਾਡੀਆਂ ਅੱਜ ਤੱਕ ਸਰ ਜਿਹੜੇ ਵੀ ਡੀ ਐਡਿਕਸ਼ਨ ਸੈਂਟਰਸ ਆ, ਕਿਉਂਕਿ ਤੁਸੀਂ ਕਨੈਕਟਡ ਆ ਇਹਨਾਂ ਦੇ ਨਾਲ, ਆਪ ਤੁਸੀਂ ਇਨਵੋਲਵਡ ਹੋ ਪ੍ਰੈਕਟੀਕਲੀ, ਤਾਂ ਪੋਜ਼ਿਟਿਵ ਆਊਟਕਮਸ ਕਿੰਨੀਆਂ ਕੁ ਜ਼ਿਆਦੀਆਂ ਨੇ ਜਿੱਥੇ ਤੁਹਾਨੂੰ ਵੀ ਖੁਸ਼ੀ ਹੁੰਦੀ ਹੋਵੇ ਸਟਾਫ ਨੂੰ ਕਿ ਹਾਂ ਇਹ ਬੰਦਾ ਠੀਕ ਹੋ ਗਿਆ? ਦੇਖੋ ਉਹ ਬਹੁਤ ਜ਼ਿਆਦਾ ਲੋਕ ਠੀਕ ਹੁੰਦੇ ਹੈ, ਬਹੁਤ ਜ਼ਿਆਦਾ ਠੀਕ ਹੋ ਕੇ ਟ੍ਰੀਟਮੈਂਟ ਤੇ ਲੱਗੇ ਹੁੰਦੇ ਹੈ। ਮੈਂ ਜਿਸ ਤਰ੍ਹਾਂ ਪਹਿਲੇ ਹੀ ਗੱਲ ਕਹੀ ਕਿ ਕੋਈ ਵੀ ਵਿਅਕਤੀ ਇਸ ਤਰ੍ਹਾਂ ਲੰਬੇ ਟਾਈਮ ਲਈ ਟ੍ਰੀਟਮੈਂਟ ਤੇ ਹੁੰਦਾ ਹੈ, ਲੰਬੇ ਟਾਈਮ ਲਈ ਟ੍ਰੀਟਮੈਂਟ ਕਰਵਾ ਰਿਹਾ ਹੁੰਦਾ ਹੈ, ਕੁਝ ਮਿਸਕਨਸੈਪਟਸ ਦੇ ਕਰਕੇ ਅਸੀਂ ਉਹਨੂੰ ਮਨਾ ਕਰਨਾ ਸ਼ੁਰੂ ਕਰ ਦਿੰਦੇ ਕਿ ਨਹੀਂ ਦਵਾਈ ਖਾਣ ਦੀ ਕੀ ਲੋੜ ਹੈ, ਦਵਾਈ ਤਾਂ ਆਪ ਵੀ ਖਰਾਬ ਕਰ ਰਹੀ ਹੈ, ਦਵਾਈ ਵੀ ਤਾਂ ਨਸ਼ਾ ਹੀ ਹੈ। ਇਹਨਾਂ ਚੀਜ਼ਾਂ ਤੋਂ ਨੂੰ ਛੱਡਣਾ ਚਾਹੀਦਾ ਕਿ ਇੱਕ ਵਿਅਕਤੀ ਜਿਹੜਾ ਜੇ ਆ ਕੇ ਇੱਕ ਦਵਾਈ ਸਵੇਰੇ ਆਂਦਾ ਹੈ, 2 ਗੋਲੀਆਂ ਖਾਂਦਾ ਹੈ, ਖਾ ਕੇ ਤਾਂ ਆਪਣੇ ਕੰਮਕਾਰ ਤੇ ਚਲੇ ਜਾਂਦਾ ਹੈ, ਸਾਰਾ ਦਿਨ ਵਧੀਆ ਤਰ੍ਹਾਂ ਕੰਮ ਕਰਦਾ, ਬੜੀ ਮਿਹਨਤ ਨਾਲ ਕੰਮ ਕਰਦਾ ਹੈ, ਪੈਸੇ ਕਮਾ ਕੇ ਲਿਆਂਦਾ ਹੈ, ਆਪਣੇ ਘਰ ਆ ਕੇ ਆਪਣੀ ਫੈਮਿਲੀ ਨੂੰ ਟਾਈਮ ਦੇ ਰਿਹਾ, ਵਧੀਆ ਤਰ੍ਹਾਂ ਬੱਚਿਆਂ ਦਾ ਖਿਆਲ ਰੱਖ ਰਿਹਾ, ਫੈਮਿਲੀ ਦੇ ਨਾਲ ਬੈਠ ਕੇ ਖਾਣਾ ਖਾਂਦਾ ਤੇ ਆਰਾਮ ਨਾਲ ਸੌਂ ਜਾਂਦਾ ਹੈ। ਸੋ ਇੱਕ ਪੋਜ਼ਿਟਿਵ ਆਊਟਕਮ ਹੈ, ਨਾ ਕਿ ਇਹ ਕਿ ਵਿਅਕਤੀ ਫਿਰ ਹਜੇ ਵੀ ਨਸ਼ੇ ਤੇ ਲੱਗਾ ਹੈ। ਜਦੋਂ ਕੋਈ ਵਿਅਕਤੀ ਨਸ਼ੇ ਤੇ ਲੱਗਾ ਹੁੰਦਾ ਹੈ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ। ਜੋ ਪੈਸੇ ਜੋ ਵੀ ਕਮਾਉਂਦਾ ਹੈ, ਪਹਿਲਾਂ ਤਾਂ ਇਹ ਹੈ ਕਿ ਉਹ ਕੰਮ ਹੀ ਨਹੀਂ ਕਰਦਾ, ਫਿਰ ਜੋ ਕੰਮ ਕਰਦਾ ਤਾਂ ਜੋ ਪੈਸੇ ਕਮਾਉਂਦਾ ਉਹ ਨਸ਼ੇ ਤੇ ਲਾ ਦਿੰਦਾ ਹੈ, ਫੈਮਿਲੀ ਦਾ ਤਾਂ ਕੋਈ ਖਿਆਲ ਨਹੀਂ ਕਰ ਰਿਹਾ। ਸੋ ਜਿਹੜਾ ਡਰੱਗ ਐਡਿਕਸ਼ਨ ਹੈ ਇੱਕ ਬੜਾ ਵੱਡਾ ਇੱਕ ਸਫੇਅਰ ਹੈ ਜਿਹਦੇ ਵਿੱਚ ਕਿ ਬਹੁਤ ਸਾਰੀਆਂ ਚੀਜ਼ਾਂ ਨਾਲ ਉਹਦੇ ਲਿੰਕਡ ਹੈ, ਛੋਟੇ ਛੋਟੇ ਸਫੇਅਰਸ ਨਾਲ ਜੁੜੇ ਹੋਏ ਹੈ। ਅਸੀਂ ਸਿਰਫ ਇੱਕ ਚੀਜ਼ ਨੂੰ ਨਾ ਲੈ ਕੇ ਚੱਲੀਏ, ਅਸੀਂ ਇਹ ਜਿਹੜੇ ਬਾਕੀ ਸਫੇਅਰਸ ਦੇ ਵਿੱਚ ਇੰਪਰੂਵਮੈਂਟ ਆ ਉਹਨੂੰ ਵੀ ਦਿਖਣੀ ਚਾਹੀਦੀ ਹੈ, ਉਹ ਸਾਹਮਣੇ ਆਉਣੀ ਚਾਹੀਦੀ ਹੈ। ਫੈਮਿਲੀ ਹੈ, ਆਕੂਪੇਸ਼ਨ ਹੈ, ਉਹਦੇ ਸੋਸਾਇਟੀ ਹੈ, ਲੀਗਲ ਐਸਪੈਕਟਸ ਹੈ, ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜੇ ਇੰਪਰੂਵਮੈਂਟ ਨਜ਼ਰ ਆ ਰਹੀ ਹੈ ਇਹਦਾ ਮਤਲਬ ਕਿ ਸਰ ਅਸੀਂ ਸਕਸੈਸਫੁਲ ਹੋ ਰਹੇ ਹਾਂ ਆਪਣੇ ਜੋ ਐਫਰਟਸ ਦੇ ਵਿੱਚ। ਸੋ ਇਹਨਾਂ ਸਾਰੀਆਂ ਚੀਜ਼ਾਂ ਤੇ ਸੁਸਾਇਟੀ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਕਮਿਊਨਿਟੀਜ਼ ਨੂੰ ਮੈਂ ਫਿਰ ਉਸੇ ਗੱਲ ਤੇ ਵਾਪਸ ਆ ਰਿਹਾ ਕਿ ਸੁਸਾਇਟੀ ਦਾ ਹਰ ਇੱਕ ਲੈਵਲ ਤੇ, ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਸਟੈਪ ਤੇ ਸਪੋਰਟ ਹੋਣਾ ਬਹੁਤ ਜ਼ਰੂਰੀ ਹੈ। ਜੀ ਸਰ ਆਪਣੇ ਵਿਭਾਗ ਜਿਹੜੇ ਨੇ ਅਲੱਗ ਨੇ, ਤੁਹਾਡਾ ਮੈਡੀਕਲ ਵਿਭਾਗ ਹੈ ਸਰ, ਇਸੇ ਤਰ੍ਹਾਂ ਇੱਕ ਪੁਲਿਸ ਡਿਪਾਰਟਮੈਂਟ ਹੈ। ਹੁਣ ਦੋਨੋਂ ਜਾਣੇ ਟ੍ਰੀਟ ਕਰਦੇ ਨੇ ਜਿਹੜੇ ਨਸ਼ਾ ਕਰਨ ਵਾਲੇ ਲੋਕ ਨੇ, ਡਰੱਗ ਐਡਿਕਟਸ ਨੇ। ਤੁਸੀਂ ਉਹਨਾਂ ਨੂੰ ਮੈਡੀਸਿਨ ਯੂਜ਼ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਇਹਨੂੰ ਬਿਮਾਰੀ ਦਾ ਨਾਮ ਦਿੰਦੇ ਹੋ। ਨਾਲ ਹੀ ਨਾਲ ਸਰ ਇਹ ਸਮਾਜਿਕ ਕੁਰੀਤੀ ਹੈ,
ਔਰ ਇਹਦੀ ਇੱਕ ਪ੍ਰੋਪਰ ਚੇਨ ਹੈ ਜਿੱਥੋਂ ਉਹ ਨਸ਼ਾ ਮਿਲਦਾ ਹੈ। ਮੈਨੂੰ ਉਹ ਲੜਕੀ ਦੀ ਵੀਡੀਓ ਦੁਆਰਾ ਯਾਦ ਆ ਗਿਆ, ਉਹਦੇ ਬੋਲ ਕਹਿੰਦੇ ਉੱਥੇ ਖੜੇ ਹੁੰਦੇ ਆ ਮੁੰਡੇ ਔਰ ਬਹੁਤ ਈਜ਼ੀਲੀ ਨਸ਼ਾ ਸਾਨੂੰ ਮਿਲ ਜਾਂਦਾ। ਅਤੇ ਏਦਾਂ ਨਹੀਂ ਲੱਗਦਾ ਕਿ ਤੁਹਾਡੀ ਐਕਸਪਰਟ ਰਾਏ ਦੇ ਵਿੱਚੋਂ ਕਿ ਏਦਾਂ ਨਹੀਂ ਲੱਗਦਾ ਕਿ ਵਿਭਾਗਾਂ ਨੂੰ ਆਪਸੀ ਤਾਲਮੇਲ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਕਿ ਐਟ ਦ ਸੇਮ ਟਾਈਮ ਉਸ ਚੇਨ ਨੂੰ ਵੀ ਤੋੜਿਆ ਜਾ ਸਕੇ ਔਰ ਜਿਹੜੇ ਡਰੱਗ ਐਡਿਕਟ ਨੇ ਉਹਨਾਂ ਨੂੰ ਠੀਕ ਵੀ ਕੀਤਾ ਜਾ ਸਕੇ? ਜੀ, ਇੰਟਰਸਟਿੰਗਲੀ ਪੰਜਾਬ ਦੇ ਵਿੱਚ ਜਿਹੜਾ ਟ੍ਰੀਟਮੈਂਟ ਸਰਵਿਸਿਜ਼ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਉਹ ਇੱਕ ਕੋਲੈਬੋਰੇਟਿਵ ਐਫਰਟ ਹੈ। ਤੁਸੀਂ ਤੁਹਾਡੀ ਨੌਲੇਜ ਵਾਸਤੇ ਦੱਸਣਾ ਚਾਹੂੰਗਾ ਮੈਂ ਕਿ ਜਿਹੜਾ ਇੱਕ ਓਟ ਪ੍ਰੋਗਰਾਮ ਸਟਾਰਟ ਕੀਤਾ ਗਿਆ ਜਿਹੜਾ ਪੰਜਾਬ ਦੇ ਵਿੱਚ ਇਸ ਟਾਈਮ ਅਰਾਊਂਡ 300 ਪਲੱਸ ਜਿਹੜੇ ਗਵਰਨਮੈਂਟ ਦੇ ਓਟ ਕਲੀਨਿਕਸ ਚੱਲ ਰਹੇ ਆ ਇਸ ਟਾਈਮ ਤੇ, ਉਹਦਾ ਹੈਲਥ ਡਿਪਾਰਟਮੈਂਟ ਔਰ STF ਇਹਨਾਂ ਨੇ ਮਿਲ ਕੇ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਔਰ ਇਹਨੂੰ ਪ੍ਰੋਗਰਾਮ ਦੀ ਸ਼ੇਪ ਦਿੱਤੀ ਗਈ, ਟ੍ਰੇਨਿੰਗਸ ਕੰਡਕਟ ਹੋਈਆਂ। ਉਸ ਤੋਂ ਪਹਿਲਾਂ ਬ੍ਰੇਨ ਸਟੋਰਮਿੰਗ ਸੈਸ਼ਨਸ ਹੋਏ, ਉਹ ਬਹੁਤ ਹਾਈ ਲੈਵਲ ਤੇ ਡਿਸਕਸ਼ਨਸ ਹੋਈਆਂ। ਉਸ ਤੋਂ ਬਾਅਦ ਇਹ ਪ੍ਰੋਗਰਾਮ ਜਿਹੜਾ ਸਟਾਰਟ ਕੀਤਾ ਗਿਆ। ਸੋ ਇਹ ਨੋ ਡਾਊਟ ਕਿ ਅਸੀਂ ਹਜੇ ਵੀ ਉਸ ਲੈਵਲ ਨੂੰ ਅਚੀਵ ਨਹੀਂ ਕਰ ਪਾਏ, ਬਟ ਮੈਂ ਫਿਰ ਉਹੀ ਗੱਲ ਕਹਿਣਾ ਚਾਹਾਂਗਾ ਕਿ ਡਾਇਨਾਮਿਕ ਪ੍ਰੋਸੈਸ ਹੈ ਇਹ। ਇਸ ਜਗ੍ਹਾ ਇੱਕ ਜਗ੍ਹਾ ਤੇ ਰੁਕ ਨਹੀਂ ਜਾਣਾ ਚਾਹੀਦਾ, ਅੱਗੇ ਹੋਰ ਨਵੇਂ ਆਈਡੀਆਜ਼ ਦੇ ਨਾਲ। ਔਰ ਸਿਰਫ ਪੁਲਿਸ ਡਿਪਾਰਟਮੈਂਟ ਔਰ ਹੈਲਥ ਡਿਪਾਰਟਮੈਂਟ ਨਹੀਂ, ਹੋਰ ਬੜੇ ਸਾਰੇ ਡਿਪਾਰਟਮੈਂਟਸ ਹੈ ਜਿਨ੍ਹਾਂ ਨੂੰ ਨਾਲ ਆ ਕੇ ਜੁੜਨਾ ਚਾਹੀਦਾ ਹੈ ਔਰ ਇਹਨਾਂ ਦੇ ਨਾਲ ਸਾਰੇ ਇੱਕ ਕੋਲੈਬੋਰੇਟਿਡ ਇਨੀਸ਼ੀਏਟਿਵ ਜਿਹੜਾ ਉਹ ਬਣ ਕੇ ਸਾਹਮਣੇ ਆਏ। ਜੀ ਸਰ, ਸਭ ਤੋਂ ਪ੍ਰਚਲਿਤ ਕਿਹੜਾ ਨਸ਼ਾ ਵਰਤਦੇ ਨੇ ਡਰੱਗ ਐਡਿਕਟ? ਅੱਜ ਕੱਲ ਦੀ ਡੇਟ 'ਚ ਹੈਰੋਇਨ, ਜਿਹਨੂੰ ਚਿੱਟਾ ਕਿਹਾ ਜਾਂਦਾ, ਉਹ ਯੂਜ਼ ਕੀਤਾ ਜਾਂਦਾ ਜੀ। ਠੀਕ ਹੈ ਜੀ। ਐਲਕੋਹਲ ਇੱਕ ਬਹੁਤ ਵੱਡੀ ਮਾਤਰਾ 'ਚ ਕੰਜ਼ਿਊਮ ਹੁੰਦਾ, ਉਹਦੇ ਵੀ ਕਈ ਸਰਵਿਸ ਹੈਗੇ ਆ। ਐਲਕੋਹਲ ਨੂੰ ਬਹੁਤ ਛੋਟਾ ਮੰਨਿਆ ਜਾਂਦਾ ਜੀ, ਪਾਊਡਰਡ ਫਾਰਮ ਦੇ ਵਿੱਚ ਜਾਂ ਕੈਮੀਕਲ ਜਿਹੜੇ ਨਸ਼ੇ ਉਹਨਾਂ ਨੂੰ ਹੀ ਜ਼ਿਆਦਾ ਆਪਾਂ ਨਸ਼ੇ ਵਾਲੀ ਕੈਟੇਗਰੀ 'ਚ ਰੱਖਦੇ ਹਾਂ। ਇਸ ਚੀਜ਼ ਤੇ ਤੁਸੀਂ ਪਲੀਜ਼ ਚਾਨਣਾ ਪਾਓ। ਇਹ ਆਖਰੀ ਸਵਾਲ ਹੈ, ਇਸ ਤੋਂ ਬਾਅਦ ਤੁਸੀਂ ਆਪਣਾ ਇੱਕ ਮੈਸੇਜ ਫॉर द ਹੋਲ ਸੋਸਾਇਟੀ ਉਹ ਤੁਸੀਂ ਦਓਗੇ ਸਰ। ਐਲਕੋਹਲ ਨੂੰ ਅਸੀਂ ਬਹੁਤ ਜ਼ਿਆਦਾ ਧਿਆਨ ਨਹੀਂ ਦੇ, ਸੀਰੀਅਸਲੀ ਲੈਂਦੇ ਨਹੀਂ ਹੈ। ਐਲਕੋਹਲ ਐਸੀ ਇੱਕ ਚੀਜ਼ ਹੈ, ਇੱਕ ਸ਼ੈ ਹੈ ਕਿ ਜਿਹਦੇ, ਜੇ ਮੈਂ ਗੱਲ ਕਰਾਂ ਕਿ ਸਭ ਤੋਂ ਜ਼ਿਆਦਾ ਨੁਕਸਾਨ ਕਿਸ ਚੀਜ਼ ਦੇ ਹੈ ਤਾਂ ਉਹ ਐਲਕੋਹਲ ਦੇ ਹੈ। ਅਸੀਂ ਜੋ ਸਰਵੇਜ਼ ਹੋਏ, ਪਿਛਲੇ ਸਰਵੇਜ਼ ਹੋਏ, ਜਿਹੜਾ 2019 ਦੇ ਸਰਵੇ ਦੀ ਮੈਂ ਗੱਲ ਕਰ ਰਿਹਾ, ਪੰਜਾਬ ਦੇ ਵਿੱਚ ਇਕੱਲੇ ਦੇ ਵਿੱਚ 27 ਲੱਖ ਐਲਕੋਹਲ ਡਿਪੈਂਡੈਂਟ ਲੋਕ ਜਿਹੜੇ ਉਹ ਪਾਏ ਗਏ। ਮੀਨਸ ਅਸੀਂ ਯੂਜ਼ਰਸ ਦੀ ਗੱਲ ਨਹੀਂ ਕਰ ਰਹੇ ਕਿ ਜਿਹੜੇ ਲੋਕ ਕਦੀ ਕਦੀ ਡਰਿੰਕ ਕਰ ਲਈ, ਇੱਕ ਦੋ ਡਰਿੰਕਸ ਲੈ ਲਈ, ਜਾਂ ਕਿਸੇ ਵਿਆਹ ਓਕੇਜਨਲੀ ਡਰਿੰਕ, ਕਿਸੇ ਵਿਆਹ ਸ਼ਾਦੀ ਤੇ ਉਦੋਂ ਡਰਿੰਕ ਕਰ ਲਈ। ਐਲਕੋਹਲ ਡਿਪੈਂਡੈਂਟ ਕੇਸਿਸ ਕਿ ਜਿਹੜੇ ਕਿ ਸ਼ਰਾਬ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ, 27 ਲੱਖ, ਬੜੀ ਹਿਊਜ ਪੋਪੂਲੇਸ਼ਨ ਹੈ ਕਿ ਉਹਨਾਂ ਦੇ ਵਾਸਤੇ ਸਰਵਿਸਿਜ਼ ਅਵੇਲੇਬਲ ਕਰਾਉਣਾ, ਉਹਨਾਂ ਨੂੰ ਸਰਵਿਸਿਜ਼ ਨਾਲ ਲਿੰਕ ਕਰਨਾ ਆਪਣੇ ਆਪ 'ਚ ਇੱਕ ਬੜਾ ਵੱਡਾ ਇੱਕ ਪ੍ਰੋਜੈਕਟ ਹੈ। ਸੋ ਉਸ ਚੀਜ਼ ਨੂੰ ਅਸੀਂ ਆਮ ਤੌਰ ਤੇ ਧਿਆਨ ਨਹੀਂ ਦਿੰਦੇ। ਆਮ ਤੌਰ ਤੇ ਕੀ ਹੁੰਦਾ ਕਿ ਡੀ ਐਡਿਕਸ਼ਨ ਸੈਂਟਰਸ ਵਿੱਚ ਜਾਂ ਸਾਈਕੈਟਰਿਸਟ ਕੋਲ ਉਦੋਂ ਲੈ ਕੇ ਆਇਆ ਜਾਂਦਾ ਕਿ ਜਦੋਂ ਉਹਦਾ ਲਿਵਰ ਡੈਮੇਜ ਹੋ ਚੁੱਕਾ ਹੈ, ਜਾਂ ਉਹਦੇ ਬ੍ਰੇਨ ਵਿੱਚ ਬਹੁਤ ਜ਼ਿਆਦਾ ਖਰਾਬੀ ਆ ਚੁੱਕੀ ਹੋਈ, ਜਾਂ ਉਹਦੇ ਹੋਰ ਜਿਹੜੇ ਸਰੀਰ ਦੇ ਔਰਗਨਸ ਜਿਹੜੇ ਉਹ ਖਰਾਬ ਹੋ ਗਏ। ਉਸ ਤੋਂ ਬਾਅਦ ਉਹਨੂੰ ਲੈ ਕੇ ਆਇਆ ਜਾਂਦਾ ਕਿ ਹੁਣ ਇਹਦੇ ਸ਼ਰਾਬ, ਕਿ ਹੋਰ ਕੋਈ ਨਸ਼ਾ ਨਹੀਂ ਕਰਦਾ ਜੀ, ਸਿਰਫ ਸ਼ਰਾਬ ਹੀ ਪੀਂਦਾ। ਤੇ ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਪੇਸ਼ੈਂਟ ਨੂੰ ਬਾਰ-ਬਾਰ ਪੁੱਛਣ ਤੇ ਕਿ ਕੋਈ ਨਸ਼ਾ ਤਾਂ ਨਹੀਂ ਕਰਦੇ, ਕੋਈ ਨਸ਼ਾ ਤਾਂ ਨਹੀਂ ਕਰਦੇ, ਤਾਂ ਉਹਨਾਂ ਦਾ ਜਵਾਬ ਨਾ ਹੀ ਹੁੰਦਾ। ਫਿਰ ਐਂਡ ਵਿੱਚ ਪੁੱਛਿਆ ਜੀ ਸ਼ਰਾਬ ਤਾਂ ਨਹੀਂ ਪੀਂਦੇ? ਹਾਂ, ਸ਼ਰਾਬ ਪੀ ਲੈਂਦਾ ਜੀ। ਸੋ ਇਹਨਾਂ ਚੀਜ਼ਾਂ ਨੂੰ ਇਹ ਲੋਕਾਂ ਦੇ ਵਿੱਚ ਅਵੇਅਰਨੈਸ ਆਉਣਾ, ਲੋਕਾਂ ਨੂੰ ਅਵੇਅਰ ਹੋਣਾ ਇਸ ਚੀਜ਼ ਦੇ ਵਾਸਤੇ ਵੀ ਕਿ ਸ਼ਰਾਬ ਇੱਕ ਨਸ਼ਾ ਹੀ ਹੈ। ਜੇ ਬਹੁਤ ਜ਼ਿਆਦਾ ਕੁਆਂਟਿਟੀ ਵਿੱਚ, ਬਹੁਤ ਜ਼ਿਆਦਾ ਫਰੀਕੁਐਂਟਲੀ, ਔਰ ਜਦੋਂ ਇਹ ਯੂਜ਼ ਕੀਤੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਡੈਮੇਜ ਕਰਦੀ ਹੈ, ਔਰ ਬਾਕੀ ਡਰੱਗਸ ਤੋਂ ਜ਼ਿਆਦਾ ਇਨਫੈਕਟ ਡੈਮੇਜ ਕਰਦੀ ਹੈ। ਸੋ ਇਸ ਤੇ ਧਿਆਨ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਟਾਈਮਲੀ ਇਹਦਾ, ਜੇ ਕਿਤੇ ਕਿਸੇ ਨੂੰ ਵੀ ਜ਼ਰੂਰਤ ਹੈ, ਕਿਸੇ ਨੂੰ ਵੀ ਲੋੜ ਹੈ, ਤਾਂ ਉਹਦੀ ਟ੍ਰੀਟਮੈਂਟ ਕਰਵਾ ਲਈ ਜਾਏ ਤਾਂ ਕਿ ਇਹਦੇ ਜਿਹੜੇ ਹੋਣ ਵਾਲੇ ਨੁਕਸਾਨਾਂ ਤੋਂ ਬਚਾ ਕੀਤਾ ਜਾ ਸਕੇ। ਜੀ ਜੀ ਸਰ, ਆਪਣੀ ਤੁਸੀਂ ਐਕਸਪਰਟਿਜ਼ ਦੇ ਵਿੱਚੋਂ ਤੁਸੀਂ ਕੀ ਸੰਦੇਸ਼, ਕੀ ਮੈਸੇਜ ਦੇਣਾ ਚਾਹੋਗੇ ਸੋਸਾਇਟੀ ਨੂੰ ਔਰ ਖਾਸ ਤੌਰ ਤੇ ਨੌਜਵਾਨਾਂ ਨੂੰ? ਮੈਂ ਸਭ ਤੋਂ ਪਹਿਲਾਂ ਤਾਂ ਇਹ ਮੈਸੇਜ ਦੇਣਾ ਚਾਹੂੰਗਾ ਕਿ ਅਸੀਂ ਸਾਰੇ ਜਾਣਦੇ ਹਾਂ, ਭਲੀ ਭਾਂਤ ਜਾਣਦੇ ਹਾਂ ਕਿ ਨਸ਼ਾ ਬਹੁਤ ਮਾੜੀ ਚੀਜ਼ ਹੈ, ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ। ਪਰ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਇਸ ਤਰ੍ਹਾਂ ਦੇ ਬਣ ਜਾਂਦੇ ਹੈ, ਆਪਣੇ ਆਸ-ਪਾਸ ਦਾ এনवायरमेंट ਇਸ ਤਰ੍ਹਾਂ ਦਾ ਬਣ ਜਾਂਦਾ ਕਿ ਲੋਕ ਨਸ਼ੇ 'ਚ ਲੱਗ ਜਾਂਦੇ ਹੈ। ਸੋ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਔਰ ਬਾਕੀ ਕਾਜ਼ਸ ਆਫ ਐਡਿਕਸ਼ਨ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਮੰਨ ਕੇ ਚੱਲਦੇ ਹਾਂ, ਔਰ ਹਕੀਕਤ ਹੈ ਕਿ ਨਸ਼ਾ ਇੱਕ ਬਿਮਾਰੀ ਹੈ, ਦਿਮਾਗ ਦੀ ਬੜੀ ਗੁੰਝਲਦਾਰ ਬਿਮਾਰੀ ਹੈ, ਔਰ ਬਾਰ-ਬਾਰ ਹੋਣ ਵਾਲੀ ਬਿਮਾਰੀ ਹੈ।
ਸੋ ਇਸ ਦੇ ਵਾਸਤੇ ਇਹਨੂੰ ਅਸੀਂ ਇੱਕ ਟੈਬੂ ਨਾ ਮੰਨ ਕੇ ਚੱਲੀਏ, ਇਹਨੂੰ ਲੋਕਾਂ ਨੂੰ ਜੋ ਨਸ਼ਾ ਕਰਨ ਵਾਲੇ ਵਿਅਕਤੀ ਆ ਉਹਨਾਂ ਨੂੰ ਨਕਾਰਦੇ ਹੋਏ, ਉਹਨਾਂ ਨੂੰ ਦੁਦਕਾਰਦੇ ਹੋਏ ਨਾ ਚੱਲੀਏ। ਉਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ ਹਰ ਇੱਕ ਸਟੈਪ ਤੇ, ਸੁਸਾਇਟੀ ਦੀ, ਫੈਮਿਲੀ ਦੀ, ਹਰ ਇੱਕ ਵਿਅਕਤੀ ਦੀ, NGOs ਦੀ, ਗਵਰਨਮੈਂਟ ਆਰਗੇਨਾਈਜੇਸ਼ਨ ਦੀ, ਹਰ ਇੱਕ ਸਟੈਪ ਤੇ ਹਰੇਕ ਚੀਜ਼ ਦੀ ਲੋੜ ਹੈ, ਹਰੇਕ ਡਿਪਾਰਟਮੈਂਟ ਦੀ ਜ਼ਰੂਰਤ ਹੈ। ਔਰ ਉਸ ਚੀਜ਼ ਤੇ ਅਸੀਂ ਇੱਕ ਦੂਸਰੇ ਤੇ ਬਲੇਮ ਕਰਨ ਦੀ ਬਜਾਏ, ਇੱਕ ਦੂਸਰੇ ਤੇ ਰਿਸਪੌਂਸਿਬਿਲਿਟੀ ਸੁੱਟਣ ਦੀ ਬਜਾਏ, ਇਸ ਚੀਜ਼ ਨੂੰ ਜ਼ਿੰਮੇਵਾਰੀ ਆਪਣੇ ਆਪ ਤੇ ਲਈਏ ਕਿ ਅਸੀਂ ਮਿਲ ਕੇ ਕੰਮ ਕਰਨਾ ਹੈ, ਅਸੀਂ ਇਸ ਚੀਜ਼ ਨੂੰ ਦੂਰ ਹਟਾਣਾ ਹੈ। ਦੂਸਰਾ ਕਿ ਸਿਰਫ ਜਿਹੜੀ ਅਸੀਂ ਇਹਨੂੰ ਮੇਲ ਫਿਨੋਮੀਨਾ ਨਾ ਮੰਨ ਕੇ ਚੱਲੀਏ, ਇਹਨੂੰ ਇੱਕ ਜਿਹੜੀ ਹਿਡਨ ਪੋਪੂਲੇਸ਼ਨਸ ਦੀ ਗੱਲ ਕੀਤੀ ਹੈ, ਉਹਨਾਂ ਤੇ ਵੀ ਉਨਾ ਹੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਕਿ ਇਹ ਨਾ ਹੋਏ ਕਿ ਅਸੀਂ ਇਸ ਪਾਸੇ ਵੱਲ ਨੂੰ ਧਿਆਨ ਦਿੰਦੇ ਉਸ ਨੂੰ ਨਿਗਲੈਕਟ ਕਰੀ ਜਾ ਰਹੇ ਹਾਂ, ਦੂਸਰੇ ਐਸਪੈਕਟਸ ਨੂੰ, ਵਿਮਨ, ਚਿਲਡਰਨ, ਟਰਾਂਸਜੈਂਡਰਸ, ਕਿ ਉਹ ਪੋਪੂਲੇਸ਼ਨ ਇੰਨੀ ਕੁ ਜ਼ਿਆਦਾ ਹੋ ਜਾਏ ਕਿ ਕੱਲ ਨੂੰ ਸਾਨੂੰ ਸੰਭਾਲਣੀ ਮੁਸ਼ਕਿਲ ਹੋ ਜਾਏ। ਸੋ ਉਹਨਾਂ ਤੇ ਵੀ ਉਨਾ ਹੀ ਜ਼ਿਆਦਾ ਕੰਮ ਔਰ ਉਹਨਾਂ ਦੇ ਅਕੋਰਡਿੰਗਲੀ ਸਰਵਿਸਿਜ਼ ਡਿਵੈਲਪ ਕਰਨ ਦੀ ਲੋੜ ਹੈ, ਉਹਨਾਂ ਦੇ ਅਕੋਰਡਿੰਗਲੀ ਸਰਵਿਸਿਜ਼ ਤਿਆਰ ਕਰਨ ਦੀ ਲੋੜ ਹੈ। ਕਿਉਂਕਿ ਔਰਤਾਂ ਦੀ ਜੇ ਮੈਂ ਗੱਲ ਕਰਾਂ ਤਾਂ ਉਹਨਾਂ ਦੇ ਕਾਜ਼ਜ਼ ਆਫ ਐਡਿਕਸ਼ਨ, ਉਹਨਾਂ ਦੇ ਡਿਫਰੈਂਟ ਰੀਜ਼ਨਸ ਕਿ ਕਿਉਂ ਨਹੀਂ ਟ੍ਰੀਟਮੈਂਟ ਤੇ, ਔਰ ਪਹਿਲਾਂ ਤਾਂ ਕਿ ਨਸ਼ੇ ਤੇ ਕਿਉਂ ਲੱਗਦੀਆਂ, ਔਰ ਫਿਰ ਟ੍ਰੀਟਮੈਂਟ ਕਿਉਂ ਨਹੀਂ ਕਰਵਾ ਪਾ ਰਹੀਆਂ, ਟ੍ਰੀਟਮੈਂਟ ਦੇ ਨਾਲ ਲਿੰਕ ਕਿਉਂ ਨਹੀਂ ਹੋ ਪਾ ਰਹੀਆਂ। ਸਟਿਗਮਾ ਇੱਕ ਐਸਪੈਕਟ ਹੈ, ਸਟਿਗਮਾ ਇੱਕ ਚੀਜ਼ ਹੈ ਉਹਨਾਂ ਦੇ ਵਿੱਚੋਂ, ਬਟ ਹੋਰ ਬਹੁਤ ਸਾਰੇ ਕਾਰਨ ਹੈ ਜਿਨ੍ਹਾਂ ਕਰਕੇ ਉਹ ਟ੍ਰੀਟਮੈਂਟ ਦੇ ਨਾਲ ਲਿੰਕ ਨਹੀਂ ਹੋ ਪਾਉਂਦੇ। ਔਰ ਟਰਾਂਸਜੈਂਡਰਸ ਵੀ ਇਸੇ ਤਰ੍ਹਾਂ ਹੀ ਹੈ। ਸੋ ਉਹਨਾਂ ਦੇ ਵਾਸਤੇ ਉਹਨਾਂ ਦੇ ਅਕੋਰਡਿੰਗਲੀ ਸਰਵਿਸਿਜ਼ ਤਿਆਰ ਕਰਨੀਆਂ, ਪਾਲਿਸੀਜ਼ ਬਣਾਉਣੀਆਂ, ਉਹ ਬਹੁਤ ਜ਼ਰੂਰੀ ਹੈ। ਔਰ ਇਹਦੇ ਵਾਸਤੇ ਹਰ ਇੱਕ ਵਿਅਕਤੀ ਦੀ, ਹਰ ਇੱਕ ਆਰਗੇਨਾਈਜੇਸ਼ਨ ਦੀ, ਸੁਸਾਇਟੀ ਦੀ ਬਹੁਤ ਜ਼ਿਆਦਾ ਲੋੜ ਹੈ, ਬਹੁਤ ਜ਼ਿਆਦਾ ਸਪੋਰਟ ਦੀ ਲੋੜ ਹੈ। ਤਾਂ ਹੀ ਅਸੀਂ ਇਸ ਚੀਜ਼ ਵਿੱਚ ਸਕਸੈਸਫੁਲ ਹੋ ਸਕਦੇ ਹਾਂ, ਔਰ ਡੈਫੀਨੇਟਲੀ ਹੋਵਾਂਗੇ ਕਿ ਜੇ ਸੁਸਾਇਟੀ ਨੇ ਸਾਥ ਦਿੱਤਾ। ਜੀ ਜੀ ਜੀ, ਥੈਂਕ ਯੂ ਸੋ ਮਚ ਸਰ, ਤੁਸੀਂ ਆਪਣਾ ਸਮਾਂ ਦਿੱਤਾ। ਥੈਂਕ ਯੂ ਜੀ।